कबीर मेरी जात को सबको हसने हार, बलिहारी इस जात को दे जपियु सिरजनहार। कबीर जात जुलाहा क्या कर, हृदय वसै गोपाल। कबीर रमैया कांठ मिल, चूकै सर्व जंजाल। रवदास चमारे उस तत करे, हरि कीरत निमुख एक गाई। पत जाति उत्तम भया, चार वर्णा पई पग आई। चमरटा गांठ ना जनई, लूग गठा वै पनही। चमरटा गांठ ना जनई, लूग गठा वै पनही। राव आर नहीं दे तो पो, नहीं राम बिठाओ रूपो। लोग गंट गंट खराबी गुचा, हो बिन गांठे जाई पहुंचा। रवदास जप राम नमा, मोह जम स्यो नाई कम। लोग गंट गंट खराबी गुचा, हों बिन गांठी जाई पहुंचा। रवदास जप राम नमा, मोह जम स्यो नाई कम। परम सन्मानयोग जुगू जुगिया टल ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਗੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤਵਾੜ ਟਹਿਲਦਾਰ ਜੀ ਸਲੀਮ ਟਾਬਰੀ ਲੁਧਿਆਣਾ ਸੰਗਤ ਰੂਪ ਹੋ ਕਰਕੇ ਸਤਿਗੁਰੂ ਦੀ ਚਰਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਜੈ ਗੁਰਦੀਪ ਧੰਨ ਗੁਰਦੀਪ ਜੈ ਸਤਿਗੁਰੂ ਰਵਿਦਾਸ ਜੀ ਧੰਨ ਸਤਿਗੁਰੂ ਰਵਿਦਾਸ ਜੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਧੰਨ ਭਾਗੀ ਹੋ। ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਹਿਰਦਾ ਨਾਮ ਸੰਭਾਲ ਸਵੇਰਾ। ਹਿਰਦੇ ਦੇ ਅੰਦਰ ਸਤਿਗੁਰਾਂ ਦਾ ਉਪਦੇਸ਼ ਵਸਾਉਂਦੇ ਹੋਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਈ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਧੰਨ ਭਾਗੀ ਹੋ। ਸਾਹਿਬ ਦੀ ਚਰਨਾਂ ਦੀ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਰਹਿਮਤ ਪ੍ਰਾਪਤ ਕਰ ਰਹੇ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਦਾਸ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਰਾਗ ਸੂਰਠ, ਜਿਸ ਵਾਸਤੇ ਸਾਹਿਬ ਦੀ ਬਚਨ ਨੇ ਸੂਰਠ ਸੂਰਸ ਪੀਜੀਐ, ਕਬਹੂ ਨਾ ਪੀਤਾ ਹੋਈ। ਸੂਰਠ ਸੋ ਰਸ ਪੀਜੀਐ, ਪਰਮ ਰਸ ਆਨੰਦ ਰਸ ਜਿਸ ਅਵਸਥਾ ਦੇ ਅੰਦਰ ਪ੍ਰਾਪਤ ਹੁੰਦਾ ਹੈ, ਉਸ ਅਵਸਥਾ ਦੇ ਅੰਦਰ ਸਤਿਗੁਰੂ ਦਾਸ ਮਹਾਰਾਜ ਪ੍ਰਵੇਸ਼ ਕਰਦੇ ਨੇ। ਹਿਰਦੇ ਤੋਂ ਬਚਨ ਪੈਦਾ ਹੁੰਦੇ ਨੇ। ਜਿਨ ਪੀਆ ਸਾਰ ਰਸ ਤੜੀ ਆਨ ਰਸ ਹੋਈ, ਰਸ ਮਗਨ ਡਾਰੀ ਬਿਕ ਖੋਏ। ਜਿਨ੍ਹਾਂ ਨੇ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਦੀ ਅੰਮ੍ਰਿਤ ਰਸ ਨੂੰ, ਆਨੰਦ ਰਸ ਨੂੰ ਚਖਿਆ ਹੈ,
ਤੁਹਾਡੀ ਆਲੋਚਨਾ ਨੂੰ ਫਿਰ ਸੰਸਾਰ ਦੇ ਝੂਠੇ ਰਸ ਫਿੱਕੇ ਪੈ ਗਏ ਨੇ, ਭੁੱਲ ਗਏ ਨੇ, ਨਾਸ਼ ਹੋ ਗਏ। ਕੋਈ ਰਸ ਮਗਨ ਉਤੇ ਪਰਮੇਸ਼ਰ ਦੇ ਅੰਮ੍ਰਿਤ ਰਸ ਵਿੱਚ ਸਿਮਰਨ ਵਿੱਚ ਮਸਤ ਹੋ ਗਏ। ਡਾਰੇ ਵਿਖ ਖੋਏ ਵਿਕਾਰਾਂ ਨੂੰ ਮਾਰ ਲਿਆ, ਨਾਸ਼ ਕਰ ਲਿਆ, ਖਤਮ ਕਰ ਲਿਆ, ਮੁਕਤੀ ਪ੍ਰਾਪਤ ਕਰ ਲਈ। ਐਸੀ ਅਵਸਥਾ ਦੇ ਅੰਦਰ ਅੱਜ ਦਾ ਸ਼ਬਦ ਚਮਰਟਾ ਗਾਂਠ ਨ ਡਨਈ ਲੂਗ ਗਠਾਵੈ ਪਨਹੀ, ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਦਰ ਰਾਗ ਸੋਰਠ ਅਤੇ ਅੰਗ 659 ਤੇ ਸੁਭਾਇਮਾਨ ਹੈ। ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਸ਼ਬਦਾਂ ਦੇ ਜੋੜ ਵਿੱਚ, ਅੰਕਾਂ ਦੀ ਜੋੜ ਵਿੱਚ ਭਾਵੇਂ ਛੋਟਾ ਹੈ, ਪਰ ਉਸ ਦੇ ਅੰਦਰ ਬੜੀ ਗਹਿਰਾਈ ਛੁਪੀ ਹੋਈ ਹੈ। ਬਹੁਤ ਗਹਿਰ ਗੰਭੀਰ ਇਹ ਸ਼ਬਦ ਹੈ, ਕਿਉਂਕਿ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਨੇ ਸ੍ਰੀ ਰਾਗ ਦੇ ਅੰਦਰ, ਰਾਗਾਂ ਵਿੱਚ ਸ੍ਰੀ ਰਾਗ ਹੈ, ਜਤਰ ਕਤਰ ਦਿਸ਼ਾ ਵਿਸ਼ਾ ਹੋਈ ਫੈਲਿਓ ਅਨੁਰਾਗ। ਜਦੋਂ ਹਿਰਦੇ ਦੇ ਅੰਦਰ ਵੈਰਾਗ ਪੈਦਾ ਹੋਇਆ ਈ ਤੇ ਸਾਹਿਬ ਦੇ ਚਰਨਾਂ ਅੰਦਰ ਪਾਤਸ਼ਾਹ ਜੁੜੇ ਨੇ, ਤੇ ਸਾਹਿਬ ਦੇ ਬਚਨ ਸਨ ਰਾਗ ਸ੍ਰੀ ਰਾਗ ਦੇ ਅੰਦਰ, ਤੂ ਹੀ ਮੂਹੀ ਮੂਹੀ ਤੂ ਹੀ ਅੰਤਰ ਕੈਸਾ। ਪਰਮਪਿਤਾ ਪਰਮੇਸ਼ਰ ਦੀ ਰਹਿਮਤ ਪ੍ਰਾਪਤ ਕੀਤੀ ਤੇ ਐਸੀ ਮਿਹਰ ਪ੍ਰਾਪਤ ਹੋਈ ਕਿ ਪਾਰਬ੍ਰਹਮ ਪਰਮੇਸ਼ਰ ਨੇ ਪ੍ਰਤੱਖ ਦਰਸ਼ਨ ਦਿੱਤੇ ਨੇ। ਤੇ ਸਾਹਿਬ ਦੇ ਬਚਨ ਸਨ, ਹੀ ਪਰਮਪਿਤਾ ਪਰਮੇਸ਼ਰ ਤੂੰ ਹੈ, ਤੂੰ ਮੈਂ ਹਾਂ, ਮੋਹੀ ਮੈਂ ਤੂੰ ਹੈ। ਸ੍ਰਿਸ਼ਟੀ ਸਿਰਜਣਾ ਤੋਂ ਪਹਿਲਾਂ ਮੈਂ ਤੇਰੇ ਵਿੱਚ ਸਮਾਇਆ ਹੋਇਆ ਸਾਂ, ਸ੍ਰਿਸ਼ਟੀ ਸਿਰਜਣਾ ਤੋਂ ਬਾਅਦ ਮੇਰੇ ਵਿੱਚ ਤੂੰ ਬਿਰਾਜਮਾਨ। ਇਸ ਲਈ ਪਰਮਪਿਤਾ ਦੱਸਦੇ ਸਹੀ, ਤੇਰੇ ਤੇ ਮੇਰੇ, ਮੇਰੇ ਤੇ ਤੇਰੇ, ਤੂੰ ਮੈਂ ਤੇ ਮੈਂ ਤੂੰ, ਦੋਵਾਂ 'ਚ ਫਰਕ ਤਾਂ ਕੋਈ ਨਹੀਂ। ਸ੍ਰੀ ਰਾਗ ਦੇ ਅੰਦਰ ਪਹਿਲਾ ਸ਼ਬਦ ਸਤਿਗੁਰੂ ਦਾਸ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਗ 93 ਤੇ ਸੁਭਾਇਮਾਨ। ਪ੍ਰਤੱਖ ਪਰਮੇਸ਼ਰ ਦੇ ਦਰਸ਼ਨ, ਪ੍ਰਤੱਖ ਦੀਦਾਰ, ਬਚਨ ਵਿਲਾਸ ਪਰਮਪਿਤਾ ਪਰਮੇਸ਼ਰ ਦੇ ਨਾਲ। ਦੂਸਰੀ ਵਾਰ ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤਿਆਰ ਕੀ ਅਕੀਦੈ, ਬਚਨੀ ਤੂਰ ਮੂਰ ਮਨ ਮਾਨੈ ਜਨ ਕੋ ਪੂਰਨ ਦੀਦੈ। ਹੋਂ ਬਲ ਬਲ ਜਾਉ ਰਮਈਆ ਕਾਰਣੇ, ਕਾਰਨ ਕਵਨ ਅਬੂਰ। ਕੀ ਕਾਰਨ ਅੱਡ ਰੱਬ ਪਰ ਪਿਤਾ ਪਰਮੇਸ਼ਰ ਦਰਸ਼ਨ ਤੇ ਦਿੱਤੇ, ਪਰ ਮੁਖ ਤੋਂ ਬੋਲਦੇ ਕੁਝ ਨਹੀਂ। ਦੋ ਵਾਰ ਮਿਲਾਪ। ਤੇ ਅੱਜ ਤੀਸਰੀ ਵਾਰ ਸਾਧ ਸੰਗਤ ਜੀ, ਸੂਰਠ ਸੂਰਸ ਪੀਦੀਐ। ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦਾ ਸਿਮਰਨ ਦਾ ਰਸ ਪ੍ਰਾਪਤ ਹੋਇਆ ਹੀ, ਐਸੇ ਰਸ ਦੇ ਵਿੱਚ ਮਸਤ ਹੋਏ ਨੇ। ਤੇ ਸਾਧ ਸੰਗਤ ਜੀ, ਪਰਮ ਪਿਤਾ ਪਰਮੇਸ਼ਰ ਮੇਰਾਂ ਦਾ ਦਾਤਾ, ਸਾਧ ਸੰਗਤ ਦੀ ਪ੍ਰਤੱਖ ਦਰਸ਼ਨ ਦਿੱਤੇ ਨੇ। ਗੱਡ ਕੇ ਆਖੂ ਸਤਨਾਮ ਸਿੰਘ। ਜਿਹੜੇ ਬਚਨ ਸਤਿਗੁਰੂ ਦਾਸ ਜੀ ਆਖਦੇ ਨੇ ਕਿ ਤੂੰ ਹੀ ਮੋਹੀ ਮੋਹੀ ਤੁਖੀ, ਪ੍ਰਤੱਖ ਦਰਸ਼ਨ ਪੰਜਵੇਂ ਸਰੂਪ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਮਾਣਿਤ ਕਰਦੇ ਨੇ। ਸਾਹਿਬ ਦੇ ਬਚਨ ਨੇ, ਰਵਿਦਾਸ ਟਵੰਤਾ ਟੂਰ ਨੀਤ। ਸਾਹਿਬ ਰਵਿਦਾਸ ਜੀ ਬਨਾਰ ਦੀ ਸ਼ਹਿਰ ਅੰਦਰ, ਬਨਾਰ ਦੀ ਆਸ-ਪਾਸ ਨਿਤ ਹੀ ਮਰੇ ਹੋਏ ਪਸ਼ੂਆਂ ਨੂੰ ਢੋਣ ਦਾ ਕਾਰੋਬਾਰ ਕਰਦੇ ਨੇ, ਕਰਮ ਕਰਦੇ ਨੇ। ਤਿੰਨ ਤਿਆਗੀ ਮਾਇਆ, ਉਹਨਾਂ ਨੇ ਦੁਨੀਆ ਦੀ ਮਾਇਆ ਜਾਲ ਤੋਂ ਮੁਕਤੀ ਪ੍ਰਾਪਤ ਕਰ ਲਈ, ਪ੍ਰਭੂ ਦੀ ਪ੍ਰਾਪਤੀ ਕੀਤੀ। ਰਵਿਦਾਸ ਟਵੰਤਾ ਟੂਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਪਰਮਪਿਤਾ ਪਰਮੇਸ਼ਰ ਦੀ ਸੰਗਤ ਸਦਕਾ, ਮਿਹਰ ਸਦਕਾ, ਸ਼ਬਦ ਹਿਰਦੇ ਵਿੱਚ ਵਸਣ ਸਦਕਾ, ਸਿਮਰਨ ਸਦਕਾ ਪ੍ਰਤੱਖ ਪਰਮੇਸ਼ਰ ਦੇ ਦੀਦਾਰ ਕੀਤੇ ਨੇ। ਗੱਡ ਕੇ ਆਖੂ ਸਤਿ। ਤੇ ਅੱਜ ਬਨਾਰ ਦੀ ਧਰਤੀ ਸਾਧ ਸੰਗਤ, ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ 1433 ਈਸਵੀ ਨੂੰ ਹੁੰਦਾ ਹੈ, ਤੇ ਸਾਧ ਸੰਗਤ ਜੀ 1370 ਬਿਕਰਮੀ ਨੂੰ, ਤੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਦਾ ਆਗਮਨ 1398, ਕਰੀਬ 21 ਸਾਲ ਦਾ
ਬਖ ਪਾਏ। ਸਾਹਿਬ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ ਮਹਾਰਾਜ ਜੀ ਤੋਂ ਸਰੀਰਕ ਤੌਰ ਤੇ ਆਡੂ ਵਿੱਚ 21 ਸਾਲ ਵੱਡੇ ਨੇ। ਤੇ ਸਾਧ ਸੰਗਤ ਜੀ, ਜਦੋਂ ਜਦੋਂ ਧਰਤੀ ਦੇ ਉੱਤੇ ਅੰਧਕਾਰ ਕਰਮਕਾਂਡ ਫੈਲਦਾ ਏ, ਮਨੁੱਖਤਾ ਨੂੰ ਲਤਾੜਿਆ ਜਾਂਦਾ ਏ, ਤੇ ਪਰਮਪਿਤਾ ਪਰਮੇਸ਼ਰ ਸਾਧ ਸੰਗਤ ਜੀ ਵੀ ਆਪਣੇ ਪਿਆਰਿਆਂ ਨੂੰ ਮਨੁੱਖਤਾ ਨੂੰ ਨਿਆਂ ਦੇਣ ਲਈ ਭੇਜਦਾ ਏ। ਪਾਵਨ ਬਚਨ ਹਨ, ਭਾਗਤ ਸੰਗ ਪ੍ਰਭ ਗੋਸ਼ਟ ਕਰਤ। ਜਦੋਂ ਸੰਸਾਰ ਦੇ ਉੱਤੇ ਅਧੋਗਤੀ ਫੈਲ ਜਾਂਦੀ ਏ, ਪਰਮੇਸ਼ਰ ਦਾ ਬਣਾਇਆ ਹੋਈ ਇਹ ਸਾਡੀ ਹੋਈ ਫੁਲਵਾੜੀ ਸੰਸਾਰ ਨੂੰ ਮਨੁੱਖ ਹੀ ਉਜਾੜਨ ਲੱਗ ਜਾਂਦਾ ਏ, ਅਤਿਆਚਾਰ ਵੱਧ ਜਾਂਦਾ ਏ, ਤੇ ਵੀ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਆਪ ਆਉਂਦਾ ਏ ਤੇ ਆਪਣਾ ਰੂਪ ਸਾਜ ਦਿੰਦਾ। ਤੇ ਸਾਸਨ ਦੀ ਭਾਰਤ ਦੀ ਧਰਤੀ ਬਨਾਰਸ ਜਿਹੜਾ ਸਨਾਤਨ ਧਰਮ ਦਾ ਮੁੱਖ ਕੇਂਦਰ ਹੋਣ ਕਰਕੇ ਬ੍ਰਾਹਮਣੀ ਮਤ ਦਾ ਪ੍ਰਭਾਵ ਰਿਹਾ ਹੈ, ਅੱਜ ਵੀ ਹੈ। ਤੇ ਸਾਧ ਸੰਗਤ ਜੀ, ਉਸ ਧਰਤੀ ਦੇ ਉੱਤੇ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਜੀ ਤੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਰਮੇਸ਼ਰ ਦਾ ਇੱਕ ਅਦੁੱਤੀ ਖੇਡ ਹੈ, ਅਚਰਜ ਖੇਡ ਹੈ। ਸਾਧ ਸੰਗਤ ਜੀ, ਐਸਾ ਖੇਡ ਜੋ ਕਰਮ ਕਾਂਢੀ ਸਾਧ ਸੰਗਤ ਜੀ ਹਉਮੈ ਦੇ ਵਿੱਚ ਗ੍ਰਸੇ ਹੋਏ ਜਾਤ ਅਭਿਮਾਨੀ ਮਨੁੱਖਤਾ ਨੂੰ ਜਾਤ ਪੱਤ ਵਿੱਚ ਵੰਡ ਕੇ ਤਬਾਹੀ ਮਚਾਉਂਦੇ ਨੇ, ਅਤਿਆਚਾਰ ਕਰਦੇ ਨੇ, ਤੇ ਅੱਡ ਕਰਮ ਕਾਂਡਾਂ ਵਿੱਚ ਮਨੁੱਖ ਨੂੰ ਫਸਾ ਕੇ ਲੁੱਟਦੇ ਵੀ ਨੇ, ਜਾਤੀ ਅਭਿਮਾਨ ਅੰਦਰ ਲਤਾੜਦੇ ਵੀ ਨੇ। ਤੇ ਐਸੇ ਸਮਾਂ ਅੰਦਰ ਅਕਾਲ ਪੁਰਖ ਪਰਮਪਿਤਾ ਪਰਮੇਸ਼ਰ ਫਿਰ ਆਪਣੇ ਪਿਆਰਿਆਂ ਨੂੰ ਆਪਣਾ ਰੂਪ ਦੇ ਕੇ ਦੁਖੀਆਂ ਦੇ ਦੁੱਖ ਨਿਵਾਰਨ ਲਈ, ਪਰਮੇਸ਼ਰ ਦੀ ਹੋਂਦ ਨੂੰ ਪ੍ਰਗਟ ਕਰਨ ਲਈ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੇ ਪਿਆਰਿਆਂ ਨੂੰ ਵੀ ਪ੍ਰਗਟ ਕਰਦਾ ਏ, ਭੇਜਦਾ ਏ। ਗੱਡ ਕੇ ਆਖੋ ਸਤਿਨਾਮ ਸੇ। ਤੇ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਮਹਿਮਾ, ਸਤਿਗੁਰੂ ਕਬੀਰ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਸੰਸਾਰ ਤੇ ਫੈਲ ਚੁੱਕੀ ਹੈ। ਜਿੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਵਚਨ ਕਰਦੇ ਨੇ, ਨਾਗਰਿ ਜਨਾ ਮੇਰੀ ਜਾਤ ਵਿਖਿਆਤ ਚ ਮਾਰੰ। ਸੰਸਾਰ ਰੂਪੀ ਨਗਰ ਦੀ ਲੁਕੋ ਮੇਰੀ ਮਸ਼ਹੂਰ ਜਾਤ ਚਮਾਰ ਹੈ, ਮੈਨੂੰ ਮਾਣ ਹੈ। ਬ੍ਰਾਹਮਣ ਉਤੇ ਆਪਣੀ ਬ੍ਰਾਹਮਣ ਜਾਤੀ ਦਾ ਹੰਕਾਰ ਹੈ, ਪਰ ਸਤਿਗੁਰੂ ਰਵਿਦਾਸ ਜੀ ਕਹਿੰਦੇ ਸਾਨੂੰ ਮਾਣ ਹੈ, ਕਿਉਂਕਿ ਇਸ ਜਾਤੀ ਅੰਦਰ ਰਹਿ ਕੇ ਵਰਨ ਸਹਿਜੂ ਜਾਪੈ ਨਾਮ ਸੋ ਜੋਗੀ ਕਿਹ ਬਲ ਨਹੀਂ। ਪਰਮੇਸ਼ਰ ਦੇ ਚਰਨਾਂ ਵਿੱਚ ਜੁੜਨਾ ਕੀਤਾ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਵੀ, ਪਰਮੇਸ਼ਰ ਦਾ ਰੂਪ ਪ੍ਰਾਪਤ ਹੋਇਆ। ਸਾਨੂੰ ਮਾਣ ਹੈ ਇਸ ਜਾਤੀ। ਤੇ ਸਾਧ ਸੰਗਤ ਜੀ, ਸਤਿਗੁਰੂ ਕਬੀਰ ਮਹਾਰਾਜ ਉਸੇ ਧਰਤੀ ਤੇ ਜਦੋਂ ਅਖੌਤੀ ਬ੍ਰਾਹਮਣ ਅਤਿਆਚਾਰ ਕਰਦੇ ਨੇ ਤੇ ਬਚਨ ਕਹਿ ਦਿੰਦੇ ਨੇ, ਮਾਤ ਗਰਭ ਮੈਂ ਕੁਲ ਨਹੀਂ ਜਾਤੇ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਪਰਮੇਸ਼ਰ ਦਾ ਨਿਯਮ ਹੈ, ਹਰ ਜੀਵ ਨੂੰ ਜਨਮ ਦੇਣਾ ਹੈ, ਕੁਦਰਤੀ ਨਿਯਮ ਹਰ ਜੀਵ ਲਈ, ਹਰ ਪ੍ਰਾਣੀ ਲਈ, ਹਰ ਮਨੁੱਖ ਲਈ ਇੱਕੋ ਇੱਕ ਪਰਮੇਸ਼ਰ ਦੀ ਕੁਦਰਤ ਦਾ ਨਿਯਮ ਹੈ ਤੇ ਕਿਸੇ ਲਈ ਵੱਖਰਾ ਨਹੀਂ। ਇਹ ਬ੍ਰਾਹਮਣ ਨੂੰ ਸੰਬੋਧਨ ਕਰਕੇ ਸਤਿਗੁਰੂ ਕਬੀਰ ਜੀ ਕਹਿੰਦੇ ਨੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਵਾਟ ਕਾਹੀ ਨਹੀਂ ਆਇਆ। ਜੇ ਤੂੰ ਸਭ ਤੋਂ ਉੱਤਮ ਹੈ ਤੇ ਤੇਰਾ ਜਨਮ ਲੈਣ ਦਾ ਵੀ ਕੋਈ ਢੰਗ ਵੱਖਰਾ ਚਾਹੀਦਾ ਸੀ। ਇਸ ਲਈ ਸਤਿਗੁਰੂ ਕਬੀਰ ਮਹਾਰਾਜ ਜੀ ਬਚਨ ਕਰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾ। ਮੇਰੀ ਜਾਤ ਜੋ ਲਹਾ ਸਾਰੀ ਹੱਸਦੀ ਮਖੌਲ ਕਰਦੀ, ਜਿਵੇਂ ਸਤਿਗੁਰੂ ਦਾਸ ਜੀ ਵਚਨ ਕਰਦੇ ਨੇ, ਦਾਰ ਦੇਖ ਸਭ ਕੋ ਹਸੇ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਹ ਜਾਤ ਕੋ ਜੇ ਜਪਿਓ ਸਿਰਜਣਹਾਰ। ਕਹਿੰਦੇ ਮੈਂ ਤਾਂ ਇਸ ਜਾਤ ਦਾ ਮਾਣ ਆ, ਬਲਹਾਰ ਜਾਂਦਾ ਇਸ ਜਾਤੀ ਦੇ ਵਿੱਚ ਪੈਦਾ ਹੋ ਕੇ ਅਸੀਂ ਪਰਮੇਸ਼ਰ ਨੂੰ ਜਪਿਆ ਤੇ ਪਰਮੇਸ਼ਰ ਨੇ ਸਾਨੂੰ ਆਪਣਾ ਰੂਪ ਬਖਸ਼ ਦਿੱਤਾ। ਕਬੀਰ ਜਾਤ ਜੁਲਾ ਕਿਆ ਕਰੇ, ਹਿਰਦੇ ਬਸੈ ਗੋਪਾਲ। ਕਬੀਰ ਰਮਈਆ ਕੰਠ ਮਿਲ ਚੁਕੈ ਸਰਵ ਜੰਜਾਲ। ਸਤਿਗੁਰੂ ਕਬੀਰ ਜੀ ਕਹਿੰਦੇ, ਕਬੀਰ ਜਾਤ ਜੁਲਾ ਕਿਆ ਕਰੇ, ਹਿਰਦੇ ਵਸੇ ਗੋਪਾਲ। ਮੇਰੇ ਹਿਰਦੇ ਅੰਦਰ ਧਰਤੀ ਦੀ ਪਾਲਣਾ ਕਰਨ ਵਾਲਾ, ਸੰਸਾਰ ਦੀ ਪਾਲਣਾ ਕਰਦਾ ਗੋਪਾਲ ਵਸ ਗਿਆ। ਕਿ ਹੁਣ ਕਹਿੰਦੇ ਜਾਤੀ ਦੀ ਕੀ ਪ੍ਰਵਾਹ ਆ, ਜਾਤੀ ਦਾ ਤੇ ਮਾਣ ਏ। ਕਬੀਰ ਰਮਈਆ ਕੰਠ ਮਿਲ, ਜਿਸ ਕਣ ਕਣ ਵਿੱਚ ਰਮੇ ਹੋਏ ਪਰਮੇਸ਼ਰ ਰਾਮ ਨੂੰ ਇਹ ਬ੍ਰਾਹਮਣ ਤੋਂ ਲੱਭਦਾ ਫਿਰਦਾ ਹੈ ਨਾ, ਉਹ ਪਰਮਪਿਤਾ ਪਰਮੇਸ਼ਰ ਪ੍ਰਭੂ ਮੈਨੂੰ ਗਲਵੱਕੜੀ ਲੈ ਕੇ
ਗਲਵਕੜੀ ਵਿੱਚ ਆਪ ਗਲੇ ਲਾ ਕੇ ਮਿਲਿਆ। ਕਬੀਰ ਰਮਈਆ ਕਣਕ ਵਿੱਚ ਰਮਿਆ ਹੋਇਆ ਪਰਮੇਸ਼ਰ, ਕੰਠ ਮਿਲ ਚੂਕੈ ਸਰਬ ਜੰਜਾਲ। ਪਰਮ ਪਿਤਾ ਪਰਮੇਸ਼ਰ ਨੇ ਸਾਰੀਆਂ ਕਸਰਾਂ ਕੱਢ ਦਿੱਤੀਆਂ। ਕਹਿੰਦੇ ਆਪਣਾ ਰੂਪ ਆਪਣੀ ਗਲਵਕੜੀ ਵਿੱਚ ਲੈ ਲਿਆ ਏ। ਤੇ ਬ੍ਰਾਹਮਣ ਤੂੰ ਤਾਂ ਦੱਸ ਤੈਨੂੰ ਰੱਬ ਕਦੋਂ ਮਿਲਿਆ ਏ? ਗੱਡ ਕੇ ਆਖੂ ਸਤਨਾਮ। ਸਤਿਗੁਰੂ ਕਬੀਰ ਜੀ ਕਟਾਕਸ਼ ਕਰਦੇ ਨੇ, ਕਬੀਰ ਗੰਗਾ ਤੀਰ ਜੂ ਘਰ ਕਰੈ ਪੀਵੈ ਨਿਰਮਲ ਨੀਰ। ਕਹਿੰਦੇ ਇੱਕ ਗੱਲ ਧਿਆਨ ਦੇ ਕੇ ਸੁਣ ਬ੍ਰਾਹਮਣ, ਪੰਡਤ ਗੰਗਾ ਦੇ ਕਿਨਾਰੇ ਭਾਵਾਂ ਤੂੰ ਸਦਾ ਘਰ ਬਣਾ ਕੇ ਬੈਠਾ ਰਹਿ ਤੇ ਪਵਿੱਤਰ ਜਲ ਪੀਂਦਾ ਰਵੀਂ। ਇੱਕ ਗੱਲ ਧਿਆਨ ਵਿੱਚ ਰੱਖੀ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਵੇਂ ਕਬੀਰ ਕਹਿੰਦੇ ਮੈਂ ਤੈਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਰਮਿਆ ਹੋਇਆ, ਪਰਮੇਸ਼ਰ ਦੇ ਚਰਨਾਂ ਦੀ ਅਭੇਦ ਹੋਇਆ ਤੈਨੂੰ ਇੱਕ ਗੱਲ ਕਹਿੰਦੇ ਸੱਚੀ ਕਹਿਣ ਲੱਗਿਆ ਕਿ ਬਿਨਾਂ ਪਰਮੇਸ਼ਰ ਦੇ ਸਿਮਰਨ ਤੋਂ ਕਦੀ ਛੁਟਕਾਰਾ ਨਹੀਂ ਹੋਣਾ, ਕਦੀ ਆਨੰਦ ਨਹੀਂ ਮਿਲਣਾ, ਕਦੀ ਜੀਵਨ ਸਫਲ ਨਹੀਂ ਹੋਣਾ। ਤੇ ਸਾਧ ਸੰਗਤ ਦੀ ਆਪਣੀ ਅਵਸਥਾ ਕਹਿੰਦੇ ਤੈਨੂੰ ਅਸੀਂ ਦੱਸ ਦਿੰਦੇ ਹਾਂ ਅਸੀਂ ਕੀ ਕੀਤਾ। ਕਬੀਰ ਮਨ ਨਿਰਮਲ ਪਿਆ, ਮਨ ਵਿਕਾਰਾਂ ਤੋਂ ਮੁਕਤ ਹੋ ਗਿਆ ਈ। ਪਰਮੇਸ਼ਰ ਦੀ ਸਿਮਰਨ ਵਿੱਚ, ਮਹਿਮਾ ਵਿੱਚ, ਕੀਰਤ ਵਿੱਚ ਐਸਾ ਰਸ ਆਈ। ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ, ਪਾਛੇ ਲਾਗੂ ਹਰ ਫਿਰ ਕਹਿਤ ਕਬੀਰ ਕਬੀਰ। ਕਹਿੰਦੇ ਹੁਣ ਰੱਬ ਜਿੱਥੇ ਵੀ ਦੇਖਦੇ ਆ ਉੱਥੇ ਹਾਜ਼ਰ ਹੋ ਜਾਂਦਾ। ਤੇ ਸਾਧ ਸੰਗਤ ਦੀ ਇਉਂ ਲੱਗਦਾ ਈ ਜਿਵੇਂ ਬਨਾਰ ਦੀ ਧਰਤੀ ਸਾਧ ਸੰਗਤ ਦੀ ਸਤਿਗੁਰੂ ਕਬੀਰ ਦੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਸੰਤ ਮੰਡਲੀ ਦੇ ਅੰਦਰ ਬੈਠੇ ਵਿਚਾਰਾਂ ਕਰਦੇ ਨੇ। ਤੇ ਅੱਜ ਸਮਾਂ ਆ ਗਿਆ ਈ ਹੈਨ ਬਿਰਲੀ। ਸਾਧ ਸੰਗਤ ਦੀ ਮਾਫ ਕਰਨਾ, ਸਾਰੇ ਚਮਾਰ ਵੀ ਚੰਗੇ ਨਹੀਂ ਤੇ ਸਾਰੇ ਬ੍ਰਾਹਮਣ ਵੀ ਮਾੜੇ ਨੇ। ਇਸ ਲਈ ਹੈਨ ਬਿਰਲੀ ਹਰ ਪਰਿਵਾਰ ਅੰਦਰ, ਹਰ ਸਮਾਜ ਦੇ ਅੰਦਰ ਚੰਗੇ ਜੀ ਵੀ ਹੁੰਦੇ ਆ, ਭਲੇ ਵੀ ਹੁੰਦੇ ਆ ਤੇ ਮਾੜੇ ਵੀ। ਇਸ ਲਈ ਸਾਰੇ ਬ੍ਰਾਹਮਣ ਵੀ ਮਾੜੇ ਨਹੀਂ, ਉਹਨਾਂ ਦੇ ਵਿੱਚ ਚੰਗੇ ਬ੍ਰਾਹਮਣ ਵੀ ਸਨ, ਗਿਆਨਵਾਨ ਵੀ ਸਨ। ਇਤਿਹਾਸ ਸਾਖੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਹਿਬ ਸਤਿਗੁਰੂ ਜੈਦੀਪ ਜੀ ਮਹਾਰਾਜ ਦੀ ਬਾਣੀ ਦਰਜ ਹੈ, ਜਿਹੜੇ ਅਖੌਤੀ ਜਾਤ ਉਹਨਾਂ ਦੀ ਬ੍ਰਾਹਮਣ, ਉਹਨਾਂ ਦੇ ਹਿਰਦੇ ਤੋਂ ਬੋਲ ਪ੍ਰਗਟ ਹੁੰਦੇ ਨੇ। ਜਦੋਂ ਅਖੌਤੀ ਬ੍ਰਾਹਮਣ ਮਨੁੱਖਤਾ ਨੂੰ ਜਾਤਾਂ ਪਾਤਾਂ ਵਿੱਚ ਵੰਡਦਾ ਈ, ਛੂਤ ਛਾਤ ਕਰਦਾ ਈ, ਤੇ ਉਹਨਾਂ ਦੇ ਬਚਨ ਸਨ ਪਰਮ ਆਦ ਪੁਰਖ ਪਨੋ ਪਿਮੰ ਸਤ ਆਦ ਭਾਵ ਰਤੰ। ਉਹਨਾਂ ਨੇ ਹਾਂ ਦਾ ਨਾਰਾ ਮਾਰਤਾ। 13ਵੀਂ ਸਦੀ ਦੇ ਸ਼ੁਰੂ ਅੰਦਰ 1201 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਤੇ ਸਤਿਗੁਰੂ ਕਬੀਰ ਮਹਾਰਾਜ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ, ਧਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਦੇ ਕੋਲ ਕਵਾੜ। ਇਹ ਪਰਮ ਪਿਤਾ ਪਰਮੇਸ਼ਰ ਮੈਂ ਤੇਰੇ ਦਰਵਾਜ਼ੇ ਤੇ ਖੜਾ ਤੇਰੇ ਦਰਸ਼ਨ ਕਰਨ ਲਈ। ਜਾਟਕਿਆਂ ਮੰਗਤਾ ਆ, ਧਰਮਾਂ ਦੀ ਠਾਡੀ ਦਰਬਾਰ ਤੁਝ ਬਿਨ ਸੁਰਤ ਨ ਕਰੇ ਕੋ ਮੇਰੀ ਦਰਸ਼ਨ ਦੀ ਦੇ ਖੋਲ ਕਵਾੜ। ਕਹਿੰਦੇ ਦਰਵਾਜ਼ਾ ਖੋਲ ਤੇ ਦਰਸ਼ਨ ਦੇ। ਤੁਮ ਤਨ ਤਨੀ ਉਧਾਰ ਤੇ ਆਗੀ, ਸਰਵਣੇ ਸੁਣੀਆਂ ਸੋ ਜਸ ਤੁਮਾਰ। ਪਰਮੇਸ਼ਰ ਤੇਰੀ ਮਹਿਮਾ ਤੇਰਾ ਜਸ ਮੈਂ ਕੰਨਾਂ ਨਾਲ ਸੁਣਿਆ। ਤੁਮ ਤਨ ਧਨੀ ਉਧਾਰ ਤੇ ਆਗੀ, ਸਰਵਣੀ ਸੁਣਿਆ ਸੋ ਜਸ ਤੁਮਾਰ। ਮੰਗੋ ਕਾਈ ਰੰਕ ਸਭ ਦੇਖੋ। ਕਹਿੰਦੇ ਕਿਹਦੇ ਕੋਲ ਮੈਂ ਸੁਣਿਆ? ਸਾਰੀ ਦੁਨੀਆ ਤੇ ਕੰਗਾਲ ਹੋਈ ਫਿਰਦੀ, ਕਿਸੇ ਕੋਲ ਨਾਮ ਧਨ ਦਾ ਖਜ਼ਾਨਾ ਹੀ ਨਹੀਂ। ਮੰਗੋ ਕਾਈ ਰੰਕ ਸਭ ਦੇਖੋ, ਤੁਮ ਹੀ ਤੋਂ ਮੇਰੋ ਨਿਸਤਾਰ। ਤੂੰ ਮੇਰਾ ਨਿਸਤਾਰਾ ਕਰ ਸਕਦਾ, ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਸਕਦਾ, ਰਹਿਮਤ ਬਖਸ਼ਿਸ਼ ਕਰ ਸਕਦਾ। ਜੈ ਦਿਓ ਨਾਮਾ ਬਿਪ ਸੁਧਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਹੀ ਪਰਮਪਿਤਾ ਪਰਮੇਸ਼ਰ ਜੈਦੇਵ ਜੀ, ਨਾਮਦੇਵ ਜੀ, ਬਿਪਰ ਸੁਧਾਮਾ, ਤੂੰ ਉਹਨਾਂ ਤੇ ਅਪਾਰ ਕਿਰਪਾ ਕਰਕੇ ਦੀਦਾਰ ਦਿੱਤੇ ਨੇ ਤੇ ਨਦੀ ਨੂੰ ਨਿਹਾਲ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਹਰ। ਪਰਮੇਸ਼ਰ ਤੁਸੀਂ ਚਾਰ ਪਦਾਰਥ ਦੇਣ ਲੱਗਿਆ, ਦੇਰ ਵੀ ਨਹੀਂ ਲਾਉਂਦੇ। ਤੇ ਸਤਿਗੁਰੂ ਕਬੀਰ ਮਹਾਰਾਜ ਜੈਦੇਵ ਜੀ ਮਹਾਰਾਜ ਜੀ ਦਾ ਨਾਮ ਆਪਣੀ ਬਾਣੀ ਦੇ 1 ਨੰਬਰ ਤੇ ਰੱਖੋ। ਤੇ ਸਾਧ ਸੰਗਤ ਦੀ ਇਸ ਲਈ ਸਾਧ ਸੰਗਤ ਦੀ ਹੈਨ ਬਿਰਲੀ, ਬ੍ਰਾਹਮਣ ਵਿੱਚ ਵੀ ਬਿਰਲੇ ਸੀ ਜਿਨ੍ਹਾਂ ਨੇ ਸਤਿਗੁਰੂ ਦੀ ਰੱਬੀ ਜੋਤ ਨੂੰ ਪਛਾਣ ਲਿਆ। ਤੇ ਸਾਧ ਸੰਗਤ ਦੀ ਅਬ ਵਿਪਰ ਪ੍ਰਧਾਨ ਕਰੇ ਡੰਡਾਓ, ਤੇਰੀ ਨਾਮ ਸਰਣਾਈ ਰਵਿਦਾਸ ਦਾ ਸਾਨ ਦਾਸਾ। ਸਤਿਗੁਰੂ ਦਾਸ ਮਹਾਰਾਜ ਗਿਆਨ ਨੂੰ, ਵਿਚਾਰ ਨੂੰ ਧਾਰਨ ਕਰਦੇ ਹੋਏ ਪਰਮਾਤਮਾ ਦੀ ਸਿੱਖਿਆ ਲੈ ਕੇ ਦਾਸਾ ਭਾਵ ਧਾਰ ਕੇ ਸਤਿਗੁਰੂ ਦੇ ਚਰਨਾਂ ਵਿੱਚੋਂ ਗਿਆਨ ਲੈਂਦੇ ਨੇ। ਗੱਡ ਕੇ ਆਖੂ ਸਤ। ਅੱਜ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ ਸੰਤ ਮੰਡਲੀ ਦੇ ਰੂਪ ਅੰਦਰ ਬੈਠੇ ਨੇ ਤੇ ਬ੍ਰਾਹਮਣ ਆਇਆ ਏ। ਤੇ ਸਾਧ ਸੰਗਤ ਦੀ ਇੰਨੀ ਦੂਰ ਨੂੰ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਭਗਵਾਨ ਸਾਧੂ ਦੇ ਰੂਪ ਅੰਦਰ ਪੁੱਜ ਜਾਂਦੇ। ਤੇ ਸਾਧ ਸੰਗਤ ਦੀ ਜਦੋਂ ਆਉਂਦੇ ਨੇ, ਸਾਧ ਸੰਗਤ ਦੀ ਜਿਹੜੀ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਭਗਵਾਨ ਸਾਧੂ ਦੇ ਰੂਪ ਅੰਦਰ
ਸਾਲ ਪਹਿਲਾਂ ਸਤਿਗੁਰੂ ਦੀ ਚਰਨਾਂ ਵਿੱਚ ਪਾਰਸ ਦੀ ਬੱਟੀ ਦੇ ਜਾਂਦੇ ਨੇ ਤੇ ਆਖਦੇ ਨੇ ਰਵਿਦਾਸ ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ। ਇਹ ਜਿਹੜੀ ਬੱਟੀ ਆ ਤੂੰ ਨਾ 8 ਧਾਤਾਂ ਨੂੰ ਪਿੱਤਲ ਲੋਹਾ ਤਾਂਬਾ ਲਾਵੇਂਗਾ ਤੇ ਸੋਨਾ ਬਣ ਜਾਵੇਗਾ ਤੇ ਮਨੁੱਖਤਾ ਦੀ ਸੇਵਾ ਕਰ, ਸੋਹਣੇ ਮਹਿਲ ਬਣਾ, ਸਤਸੰਗ ਹਾਲ ਬਣਾ। ਤੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਸਾਨੂੰ ਤੇ ਕੁੱਲੀ ਭਲੀ ਹੈ। ਕਬੀਰ ਸੰਤਨ ਕੀ ਚੁਗੀਆਂ ਭਲੀ ਪੱਟ ਕੋ ਸੱਤੀ ਗਾਉ ਅੱਗ ਲੱਗੋ ਤੇ ਧੌਲ ਦੇ ਨਾਹੀ ਹਰ ਕੋ ਨਾਉ। ਕਹਿੰਦੇ ਸੰਤਾਂ ਦੀ ਝੁੱਗੀ ਚੰਗੀ ਹੁੰਦੀ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਭਾਵੇਂ ਜਿੱਥੇ ਮਰਜ਼ੀ ਰੱਖ ਜਾਓ, ਪਰ ਮੈਂ ਇਹਨੂੰ ਵਰਤਣਾ ਨਹੀਂ ਚਾਹੁੰਦਾ। ਤੇ ਕਹਿੰਦੇ ਭਗਵਾਨ ਰੂਪ ਸਾਧੂ ਪੱਥਰ ਜਿਹੜਾ ਸੀ ਨਾ ਪਾਰਸ ਕੁੱਲੀ ਵਿੱਚ ਆਵੇ ਰੱਖ ਕੇ, ਤੇ ਅੱਜ ਜਦੋਂ ਆਏ ਨਾ ਤੇ ਦੇਖਦੇ ਆ ਉਹੀ ਕੁੱਲੀ ਆ, ਫਕੀਰ ਲਵਾਸ ਸਤਿਗੁਰੂ ਕਬੀਰ ਜੀ, ਸਤਿਗੁਰੂ ਦਾਸ ਜੀ, ਇੱਕ ਬ੍ਰਾਹਮਣ ਬੈਠਾ ਹੈ। ਪਰਮੇਸ਼ਰ ਦੀ ਉਸ ਦੀਆਂ ਕੀਰਤ ਦੀਆਂ ਗੱਲਾਂ ਵਿਚਾਰਾਂ ਕਰਦੇ ਨੇ ਤੇ ਰੱਬ ਪਹੁੰਚ ਜਾਂਦਾ। ਸਾਧੂ ਦੇ ਭੇਸ ਅੰਦਰ ਤੇ ਸਾਸੀ ਆ ਕੇ ਨਿਗਾਹ ਮਾਰਦੇ ਨੇ ਕੁੱਲੀ ਦੇ ਅੰਦਰ, ਦੇਖਦੇ ਨੇ ਕਿ ਉਹ ਪੱਥਰ ਐਨੇ ਬੇਪਰਵਾਹ ਫਕੀਰ ਜਿਹਨੇ ਮੁੜ ਕੇ ਉਹਨੂੰ ਦੇਖਿਆ ਵੀ ਨਹੀਂ, ਛੂਹਿਆ ਤੱਕ ਨਹੀਂ, ਜਿੱਥੇ ਰੱਖਿਆ ਸੀ ਉਵੇਂ ਦਾ ਉਵੇਂ ਪਿਆ, ਆਪ ਕੱਢਿਆ। ਤੇ ਸਾਧ ਸੰਗਤ ਜੀ ਉਹ ਜਿਹੜਾ ਪਾਰਸ ਸੀ ਨਾ ਭਗਵਾਨ ਰੂਪ ਸਾਧੂ, ਕਹਿੰਦੇ ਰਵਿਦਾਸ ਜੀ ਇਹ ਤੁਸੀਂ ਆਪਣੇ ਔਜ਼ਾਰਾਂ ਨੂੰ ਲਾ ਕੇ ਤਾਂ ਦੇਖੋ, ਇਹ ਸੋਨੇ ਦੇ ਬਣ ਜਾਣਗੇ। ਇੰਨਾ ਕਹਿੰਦਿਆਂ ਸਾਧ ਸੰਗਤ ਜੀ ਉਹਨਾਂ ਨੇ ਜਿਹੜਾ ਪਾਰਸ ਸੀ ਨਾ ਔਜ਼ਾਰਾਂ ਦੇ ਨਾਲ ਛੁਆ ਦਿੱਤਾ ਤੇ ਸਾਰੇ ਜਿਹੜੇ ਔਜ਼ਾਰ ਸੀ ਸਾਧ ਸੰਗਤ ਦੀ ਰੰਬੀ ਆਰ ਤੇ ਸਾਧ ਸੰਗਤ ਜੀ ਸਾਰੇ ਉਹ ਸੋਨੇ ਦੇ ਵਿੱਚ ਤਬਦੀਲ ਹੋ ਗਏ। ਸਤਿਗੁਰੂ ਦਾਸ ਮਹਾਰਾਜ ਬਚਨ ਆਖਿਆ ਪਾਰਸ ਮਾਨੋ ਤਾਂ ਬੂਛੂਏ ਕਨਕ ਹੂਤ ਨਹੀਂ ਬਾਰ। ਕਹਿੰਦੇ ਪਾਰ ਦੀ ਗੋਣਿਆ ਕਿ ਉਹਨੂੰ ਲੋਹੇ ਨਾਲ, ਤਾਂਬੇ ਨਾਲ, ਜਿਸਤ ਨਾਲ, ਅਲਮੀਨੀਅਮ ਨਾਲ, 8 ਧਾਤਾਂ ਨਾਲ ਛੁਆ ਦਿੱਤੀ, ਸੋਨਾ ਬਣਿਆ। ਦੇਲ ਉਸ ਵੇਲੇ ਸੋਨਾ ਬਣ ਗਿਆ ਤੇ ਕੋਲ ਬੈਠਾ ਬ੍ਰਾਹਮਣ ਵੀ ਦੇਖਦਾ ਤੇ ਸਾਸੇ ਬ੍ਰਾਹਮਣ ਤਾਂ ਢੰਗ ਨਾਲ ਆਇਆ ਏ, ਅੰਦਰ ਸਿਆਣਪ ਵੀ ਆ, ਸਤਕਾਰ ਵੀ ਆ, ਪਰ ਜਾਤੀ ਦਾ ਹੰਕਾਰ ਵੀ ਆ। ਤੇ ਸਾਧ ਸੰਗਤ ਦੀ ਕਿਹੋ ਜਿਹਾ ਆਨੰਦ ਹੋਵੇਗਾ। ਤੇ ਸਾਧ ਸੰਗਤ ਦੀ ਕਹਿਣ ਲੱਗੀ ਬ੍ਰਾਹਮਣ ਜੀਵ ਰਵਿਦਾਸ ਜੀ ਮੇਰੀ ਜੋੜਾ ਗੰਢ ਦਿਓ। ਤੇ ਸਾਧ ਸੰਗਤ ਸਤਿਗੁਰੂ ਦਾਸ ਜੀ ਕਹਿੰਦੇ ਹੁਣ ਤੁਹਾਡੇ ਸਾਹਮਣੇ ਆ ਜਿਹੜੇ ਔਜ਼ਾਰ ਜਿਨ੍ਹਾਂ ਨਾਲ ਜੋੜੇ ਗੰਢੇ ਸੀ ਤਾਂ ਹੁਣ ਸੋਨਾ ਬਣ ਗਏ ਨੇ, ਸੋਨੇ ਦੇ ਬਣ ਗਏ। ਤੇ ਹੁਣ ਅਸੀਂ ਕਹਿੰਦੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਆ, ਮਿਹਰ ਕਰ ਦਿੱਤੀ ਆ, ਹੁਣ ਤਾਂ ਰੱਬ ਅੰਗ ਸੰਗੇ ਰਹਿਣ ਲੱਗ ਪਿਆ। ਹੁਣ ਕਹਿੰਦੇ ਜੋੜੇ ਗੰਢਣੇ ਵੰਡ ਕਰ ਦਿੱਤੇ। ਤੇ ਸਾਧ ਸੰਗਤ ਦੀ ਪਰਥਾਈ ਸਾਖੀ ਮਹਾਂਪੁਰਖ ਬੋਲਦੇ ਸਾਂਢੀ ਸਗਲ ਜਹਾਨੀ। ਸਾਧ ਸੰਗਤ ਦੀ ਸਾਖੀ ਦੇ ਤੌਰ ਤੇ, ਸਮਝਣ ਤੌਰ ਤੇ ਕਹਿੰਦੇ ਇੱਕ ਬੰਦਾ ਹੈ। ਆਪਾਂ ਜਿਵੇਂ ਸੰਸਾਰ ਦੇ ਅੰਦਰ ਕਈ ਵਾਰੀ ਆਪਾਂ ਨੂੰ ਇੱਕ ਕੱਪੜਾ ਐਸਾ ਪਸੰਦ ਹੁੰਦਾ ਹੈ, ਕੱਪੜਾ ਘਸ ਕੇ ਤੇ ਪਤਲਾ ਪੈ ਜਾਂਦਾ ਹੈ, ਫਟਣ ਤੇ ਆ ਜਾਂਦਾ, ਆਪਾਂ ਛੱਡਦੇ ਨਹੀਂ। ਇਸੇ ਤਰ੍ਹਾਂ ਇੱਕ ਪ੍ਰਾਣੀ ਹੈ, ਬੰਦਾ ਹੀ, ਉਹਨੂੰ ਇੱਕ ਜੋੜਾ ਜੋਤੀ ਬੜੀ ਪਸੰਦ ਆਈ। ਜਦੋਂ ਪਸੰਦ ਆ ਗਈ ਤੇ ਪੁਰਾਣੇ ਹੋ ਕੇ ਟੁੱਟਣੀ ਆ ਤੇ ਸਾਧ ਸੰਗਤ ਦੀ ਉਹਨੂੰ ਦੁਬਾਰਾ ਗੰਢਾ ਰਿਹਾ ਈ, ਟਾਕੀਆਂ ਲਵਾ ਰਿਹਾ, ਪਰ ਉਹਨੂੰ ਛੱਡਦਾ ਨਹੀਂ। ਤੇ ਸਾਸੀ ਉਹ ਹਾਲ ਸਾਡਾ ਈ। ਤੇ ਸਾਨੂੰ ਪਰਮਪਿਤਾ ਪਰਮੇਸ਼ਰ ਨੇ ਸਾਡੇ ਅੰਦਰ, ਜਿਹਨੂੰ ਪਾਤਸ਼ਾਹ ਕਹਿੰਦੇ ਪੰਖੀ ਵਸੀ ਵਿਚਾਰਾ, ਕੱਲ ਦੀ ਸ਼ਬਦ ਵਿੱਚ ਅੰਦਰ ਅਸੀਂ ਵਿਚਾਰ ਕੀਤੀ ਸੀ। ਹੱਡ ਮਾਸ ਨਾੜੀ ਕੋ ਪਿੰਜਰ, ਹੱਡ ਮਾਸ ਦੀ ਨਾੜੀਆਂ ਦੇ ਪਿੰਜਰੇ ਦੇ ਅੰਦਰ ਜੀਵ ਆਤਮਾ ਪੰਛੀ ਵਸਦਾ ਹੈ। ਆਤਮਾ ਜਿਹੜੀ ਪੰਛੀ ਰੂਪ ਹੈ, ਆਤਮਾ ਨੂੰ ਪਰਮਾਤਮਾ ਦੇ ਮਿਲਣ ਲਈ ਪਰਮਪਿਤਾ ਪਰਮੇਸ਼ਰ ਨੇ ਇਹ ਸਰੀਰ, ਇੱਕ ਚੋਲਾ, ਇੱਕ ਜੁੱਤੀ ਦਿੱਤੀ ਆ ਮੰਜ਼ਲ ਤੈਅ ਕਰਨ ਵਾਸਤੇ। ਪਰ ਅਸੀਂ ਜੁੱਤੀ ਨਾਲ ਪਿਆਰੇ ਇੰਨਾ ਪਾ ਲਿਆ, ਛੱਡਣੀ ਨਹੀਂ ਚਾਹੁੰਦੇ। ਮਿਲਣਾ ਤੇ ਪਰਮੇਸ਼ਰ ਨੂੰ ਸੀ, ਪਰ ਅਸੀਂ ਇਹ ਚੋਲੇ ਨਾਲੇ ਸਰੀਰ ਨਾਲੇ ਪਿਆਰ ਪਾ ਕੇ ਬਹਿ ਗਏ। ਇਸ ਸਰੀਰ ਨੂੰ ਇਹ ਸੋਹਣਾ ਬਣਾਉਣ ਲਈ, ਸਰੀਰ ਨੂੰ ਇਹ ਪਰਵਿਸ਼ ਕਰਨ ਲਈ ਸੋਹਣੇ ਮਹਿਲ ਬਣਾ ਲਏ, ਸਰੀਰ ਦੀਆਂ ਖੁਸ਼ੀਆਂ ਲੈਣ ਲਈ, ਰਸ ਕਸ ਚੱਖਣ ਲਈ ਅਨੇਕਾਂ ਉਪੱਦਰ ਕੀਤੇ, ਮਾਇਆ ਇਕੱਠੀ ਕੀਤੀ, ਮਾਇਆ ਜਾਲ ਫਸਾਇਆ। ਭਾਵ ਉਹ ਜਿਹੜਾ ਪਰਮੇਸ਼ਰ ਦਾ ਭਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਜਨਮ ਪ੍ਰਾਪਤ ਹੈ, ਪਰਮੇਸ਼ਰ ਨੂੰ ਮਿਲਣ ਦੀ ਜ਼ਿੰਮੇਵਾਰੀ ਸੀ। ਉਸ ਜ਼ਿੰਮੇਵਾਰੀ ਤੋਂ ਅਸੀਂ ਮੁਨਕਰ ਹੋ ਗਏ, ਭੁੱਲ ਗਏ ਤੇ ਸੰਸਾਰ ਦੇ ਅੰਦਰ ਰਚ ਗਏ। ਭਾਵ ਪ੍ਰਭੂ ਦੀ ਮਾਇਆ ਦੇ ਅੰਦਰ ਖਚਤ ਹੋ ਗਏ। ਤੇ ਸਤਿਗੁਰੂ ਦਾਸ ਜੀ ਵਚਨ ਕਰਦੇ ਨੇ,
ਸਾਧ ਸੰਗਤ ਬ੍ਰਾਹਮਣ ਕੋਲ ਬੈਠਾ ਹੈ, ਸਤਿਗੁਰੂ ਕਬੀਰ ਜੀ ਕੋਲ ਨੇ, ਭਗਵਾਨ ਖੁਦ ਨੇ ਸਾਧੂ ਦੇ ਰੂਪ ਅੰਦਰ, ਕਿਹੋ ਜਿਹਾ ਆਨੰਦ ਹੋਵੇ। ਤੇ ਸਾਧ ਸੰਗਤ ਦੀ ਪਾਤਸ਼ਾਹ ਬਚਨ ਕਰਦੇ ਨੇ, ਚਮਰਟਾ ਗਾਂਠ ਨ ਜਨਈ, ਇਸ ਸਰੀਰ ਰੂਪੀ ਚਮ ਨੂੰ ਗੰਢਣ ਵਾਲਾ ਭਾਵ ਸ਼ੌਹਰਤ ਦੁਨੀਆ ਦੀ ਵਡਿਆਈ ਪ੍ਰਾਪਤ ਕਰਨ ਵਾਲਾ ਮਾਇਆ ਦਾ ਧਨ ਇਕੱਠਾ ਕਰਨ ਲਈ ਮੈਨੂੰ ਕੋਈ ਠਗਾਂ ਵਾਲੀ ਵਿਦਿਆ ਨਹੀਂ ਆਉਂਦੀ। ਭਾਵ ਅੱਜ ਆਪਾਂ ਦੇਖਦੇ ਹਾਂ ਨਾ, ਕਈ ਤਰ੍ਹਾਂ ਦੀ ਵਿਦਿਆ ਖੇਡ ਕੇ ਬੰਦਾ ਬੰਦੇ ਨੂੰ ਲੁੱਟੀ ਜਾ ਰਿਹਾ ਹੈ। ਮੇਰੀ ਵਾਂਗ ਸਾਧੂਆਂ ਦੀ ਭੀਸ ਅੰਦਰ ਵੀ ਲੁਟੇਰੀ ਬੜੇ ਨੇ, ਤੇ ਸਾਰੀ ਦੁਨੀਆ ਲੁੱਟ ਹੋਣ ਵਾਲੇ ਵੀ ਬਹੁਤ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਚਮਰਟਾ ਗਾਂਠ ਨ ਜਨਈ, ਇਹ ਮੈਂ ਸਰੀਰ ਰੂਪੀ ਜੁੱਤੀ ਨੂੰ ਗੰਢਣਾ ਨਹੀਂ ਜਾਣਦਾ। ਭਾਵ ਇਹਦੇ ਲਈ ਮੈਂ ਦੁਨੀਆ ਦੀ ਲੁੱਟ ਖਸੁੱਟ ਨਹੀਂ ਕਰ ਸਕਦਾ। ਧੋਖੇ ਭਰੀਆਂ ਵਿਚਾਰਾਂ ਦੀ ਕਰਕੇ ਕਰਮ ਕਾਂਡ ਕਰਾ ਕੇ ਆਪਣਾ ਉੱਲੂ ਨਹੀਂ ਸਿੱਧਾ ਕਰ ਸਕਦਾ। ਮਾਇਆ ਦੀ ਪ੍ਰਜੋਲ ਨੂੰ ਮੈਂ ਪੂਰਾ ਨਹੀਂ ਕਰਦਾ। ਮੈਨੂੰ ਇਹ ਵਿਦਿਆ ਨਹੀਂ ਆਉਂਦੀ। ਮੈਂ ਸਰੀਰ ਨੂੰ ਗੰਢਣਾ ਨਹੀਂ ਜਾਣਦਾ। ਭਾਵ ਦੁਨੀਆ ਦੇ ਨਾਲ ਹੀਰਾ ਫੇਰੀ ਕਰਨੀ ਮੈਨੂੰ ਨਹੀਂ ਆਉਂਦੀ। ਚਮਰਟਾ ਗਾਂਠ ਨ ਜਨਈ, ਲੋਕ ਗੱਠਾਵੈ ਪਨਹੀ। ਕਹਿੰਦੇ ਸੰਸਾਰੀ ਲੋਕ ਮੇਰੇ ਕੋਲ ਆਉਂਦੇ ਆ ਵੀ ਰੱਬ ਤੁਹਾਡੇ ਨਾਲ ਬੜੀ ਸਾਂਝ, ਦੁਨੀਆ ਤੇ ਤੁਹਾਡਾ ਬੜਾ ਨਾਂ ਏ, ਦੁਨੀਆ ਰੱਬ ਰੱਬ ਕਹਿੰਦੀ ਏ, ਗੰਗਾ ਮਾਤਾ ਤੁਹਾਡੀ ਦਮੜੀ ਭੇਜੀ ਆਪ ਹੱਥ ਕੱਢ ਕੇ ਲੈਂਦੀ ਏ, ਤੇ ਸੋਨੇ ਦੇ ਕੰਗਣ ਭੇਟਾ ਕਰਦੀ ਏ, ਤੇ ਤੁਸੀਂ ਤੇ ਬਾਰਾਡੇ ਮਹਾਰਾਜਿਆਂ ਦੇ ਦਰਬਾਰ ਦੇ ਅੰਦਰ ਬਨਾਰ ਦੀ ਧਰਤੀ ਤੇ ਗੰਗਾ ਦੇ ਅੰਦਰ ਤੁਹਾਡੀ ਪਥਰੀ ਤਰ ਜਾਂਦੀ ਏ, ਤੇ ਪੰਡਤਾਂ ਦੇ ਗੋੜੇ ਡੁੱਬ ਜਾਂਦੇ ਨੇ। ਇੱਕ ਤੋਂ ਅਨੇਕਾਂ ਰੂਪ ਧਾਰ ਕੇ ਤੁਸੀਂ ਸੰਗਤ ਦੇ ਵਿੱਚ ਰੱਬ ਤੁਹਾਨੂੰ ਪ੍ਰਗਟ ਕਰ ਦਿੰਦਾ ਏ। ਅੱਜ ਦੁਨੀਆ ਨੂੰ ਰੱਬ ਕਹਿੰਦੀ, ਸਾਨੂੰ ਵੀ ਕੋਈ ਜੁਗਤੀ ਦੱਸ ਦਿਓ ਜਿਵੇਂ ਅੱਡ ਸੰਸਾਰੀ ਜੀਵ ਆਪਾਂ ਦੀ। ਤੇ ਪਾਤਸ਼ਾਹ ਕਹਿੰਦੇ, ਲੋਕ ਗੱਠਾਵੈ ਪਨਹੀ, ਲੋਕ ਮੇਰੇ ਕੋਲ ਆਉਂਦੇ ਆ, ਕਹਿੰਦੇ ਕੋਈ ਪੁੱਠੀ ਸਿੱਧੀ ਵਿਦਿਆ, ਕਹਿੰਦੇ ਪਰ ਮੈਨੂੰ ਉਦਾਂ ਦਾ ਕੋਈ ਗਿਆਨ ਹੀ ਨਹੀਂ, ਮੈਨੂੰ ਉਦਾਂ ਦੀ ਵਿਦਿਆ ਆਉਂਦੀ ਕੋਈ ਨਹੀਂ। ਲੋਕ ਗੱਠਾਵੈ ਪਨਹੀ ਰਾਉ, ਪਾਤਸ਼ਾਹ ਕਹਿੰਦੇ ਨੇ, ਆਰ ਨਹੀਂ ਦੇ ਤੋਪੂ ਨਹੀਂ ਰੰਬੇ ਠਾਉ ਰੂਪੋ। ਕਹਿੰਦੇ ਮੇਰੇ ਕੋਲ ਤੀਖਣ ਬੁੱਧੀ ਵਾਲੀ ਆਰ ਨਹੀਂ, ਜਿਹਦੇ ਨਾਲ ਜੁੱਤੀ ਨੂੰ ਟਾਂਕਾ ਭਰੀ ਦਾ ਧਾਗਾ ਪਾ ਕੇ ਸੀਧ ਆਏ। ਕਹਿੰਦਾ ਮੇਰੇ ਕੋਲ ਉਹ ਤਾਰ ਹੁਣ ਹੈ, ਆਰ ਹੈ ਨਹੀਂ, ਹੁਣ ਮੈਂ ਗਣਨਾ ਛੱਡ ਦਿੱਤਾ। ਆਰ ਨਹੀਂ ਦੇ ਤੂਪੂ ਨਹੀਂ ਰੰਬੀ ਠਾਉ, ਉਹ ਰੰਬੀ ਮੇਰੇ ਕੋਲ ਚਲਾਕੀਆਂ ਭਰੀ ਬੁੱਧੀ ਵੀ ਹੈ ਨਹੀਂ, ਜਿਹਦੇ ਨਾਲ ਮੈਂ ਲੋਕਾਂ ਦੀ ਇਧਰੋਂ ਚੁਗਲੀ ਲਾ ਕੇ ਇਧਰੋਂ ਆਪਣੀ ਟੀਮ ਬਣਾ ਕੇ, ਜਿਵੇਂ ਅੱਜ ਦੇਖਦੇ ਆ ਨਾ ਕਈ 10-15 ਬੰਦੇ ਦੀ ਟੀਮ ਬਣ ਜਾਂਦੀ ਆ, ਉਹ ਵੀ ਲਾਟਰੀ ਸਿਸਟਮ ਸ਼ੁਰੂ ਕਰਦੇ ਆ, ਕਰੋੜਾਂ ਰੁਪਏ ਲੁੱਟ ਕੇ ਤੁਰੇ ਜਾਂਦੇ ਆ। ਜਿਵੇਂ 2-3 ਸਾਲ ਪਹਿਲਾਂ ਨੇਚਰ ਵੀ ਕੰਪਨੀ ਆਈ, ਤੇ ਉਸ ਤੋਂ ਬਾਅਦ ਹਮ ਤੁਮ ਆਈ, ਕਰੋੜਾਂ ਦਾ ਮਾਲ ਲੁੱਟ ਕੇ ਚਲੇ ਗਈ, ਤੇ ਲੋਕੀ ਉਹ ਜਿਹੜੀ ਟੀਮ ਬਣਾ ਕੇ 10-15 ਬੰਦੇ ਸ਼ੁਰੂ ਕਰਦੇ ਨਾ, ਉਹ ਵਿੱਚੇ ਰਲੇ ਹੁੰਦੇ, ਤੇ ਬਾਅਦ ਇੱਕ ਬੰਦੇ ਦਾ ਨਾਂ ਕਿ ਮਾਇਆ ਵੰਡ ਲੈਂਦੇ ਆ। ਪਾਤਸ਼ਾਹ ਕਹਿੰਦੇ ਉਹ ਮੇਰੇ ਉਹ ਵਿਦਿਆ ਨਹੀਂ ਆਉਂਦੀ, ਮੈਨੂੰ ਉਹ ਧੰਦਾ ਨਹੀਂ ਆਉਂਦਾ, ਮੇਰੇ ਕੋਲ ਉਹ ਤਿੱਖਣ ਬੁੱਧੀ ਵਾਲੀ ਆਰ ਨਹੀਂ ਹੈ, ਤੇ ਨਾ ਹੀ ਲੋਕਾਂ ਦੀ ਲੁੱਟ ਸੁੱਟ ਕੱਟ ਵੱਢ ਕਰਨ ਵਾਲੀ ਮੇਰੇ ਕੋਲ ਰੰਬੀ ਆ, ਤੇ ਨਾ ਪਰਦਾ ਪਾਉਣ ਵਾਲੀ ਮੇਰੇ ਕੋਲ ਐਸੀ ਵਿਚਾਰ ਆ, ਧੋਖਾ ਵੀ ਕਰ ਲੈਣਾ ਤੇ ਕਰੋੜਾਂ ਰੁਪਏ ਲੋਕਾਂ ਨੂੰ ਲੁੱਟ ਕੇ 5-7 ਬੰਦੇ ਮੋਹਰੇ ਵਿੱਚੇ ਹੁੰਦੇ ਆ। ਉਹ ਕਹਿੰਦੇ ਯਾਰ ਹੁਣ ਕੀ ਕਰੀਏ, ਬੰਦਾ ਹੀ ਦੌੜ ਗਿਆ। ਕਹਿੰਦੇ ਮੈਨੂੰ ਇਦਾਂ ਦਾ ਪਰਦਾ ਵੀ ਨਹੀਂ ਪਾਉਣਾ। ਆਰ ਨਹੀਂ ਦੇ ਤੁਪੂ ਨਹੀਂ ਰੰਬੀ ਠਾਉ ਰੂਪ, ਲੋਕ ਗੰਠ ਗੰਠ ਖਰਾਬੀ ਗੁਚਾ। ਕਹਿੰਦੇ ਲੋਕ ਕੀ ਕਰਦੇ ਆ, ਇਦਾਂ ਟੀਮਾਂ ਬਣਾਉਂਦੇ ਆ ਤੇ ਸੰਸਾਰ ਨੂੰ ਲੁੱਟਦੇ ਆ, ਤੇ ਆਪਣਾ ਵਰਜੋਜਨ ਕਰਕੇ ਆਪਣਾ ਰੋਟੀ ਤੋਰੀ ਫੁਲਕਾ ਸੋਹਣਾ ਚਲਾਈ ਜਾਂਦੇ ਆ, ਪਰ ਜੇ ਲੁੱਟ ਸੋਏ ਉਹ ਤੜਪਦੇ ਰਹਿ ਜਾਂਦੇ ਆ। ਲੋਕ ਗੰਠ ਗੰਠ ਖਰਾਬ ਬਿਗੂਚਾ, ਆਪਣਾ ਤੇ ਟੌਰ ਵਾਲਾ ਜੀਵਨ ਜਿਉਂਦੇ ਆ। ਆਪਾਂ ਦੇ ਅੱਜ ਏਜੰਟ ਕੀ ਕਰਦੇ ਆ, ਲੱਖਾਂ ਕਰੋੜਾਂ ਰੁਪਏ ਲੈ ਕੇ ਦੇਦੇ ਆ, ਡੌਂਕੀਆਂ ਲਵਾਉਂਦੇ ਆ ਅਮਰੀਕਾ ਦੇ, ਆਪਾਂ ਦੇਖ ਰਹੇ ਆ ਫੇਸਬੁੱਕ ਤੇ ਅੱਜ ਕਰੀਬ 161 ਬੰਦੀ ਅਮਰੀਕਾ ਵਾਲੇ ਨੇ ਵਾਪਸ ਭੇਜਦੇ ਆ, ਜਿਹੜੇ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ 'ਚ ਗਏ, ਤੇ ਜਿਹਨਾਂ ਰੁਪਏ ਲੈ ਉਹ ਸ਼ਾਹੂਕਾਰਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਆ, ਜਿਹਨਾਂ ਦੇ ਘਰ ਉੱਜੜ ਗਏ ਉਹ ਅੱਜ ਰੁਲਦੇ ਫਿਰਦੇ, ਜੀਵਨ ਤਬਾਹ ਹੋ ਜਾਏ। ਤੇ ਲੋਕਾਂ ਨੇ ਨਸ਼ਿਆਂ ਵਿੱਚ ਲਾ ਕੇ ਦੁਨੀਆ ਤਬਾਹ ਕਰ ਦਿੱਤੇ, ਅੱਜ ਮਹਿਲ ਖੜੇ ਕੀਤੇ ਆ, ਤੇ ਘਰਾਂ ਦੇ ਘਰ ਤਬਾਹ ਹੋ ਗਏ। ਇਸ ਲਈ ਪਾਤਸ਼ਾਹ ਕਹਿੰਦੇ ਨੇ ਲੋਕ ਗੰਠ ਗੰਠ ਖਰਾ ਬਿਗੂਚਾ, ਕਹਿੰਦੇ ਆਪ ਤੇ ਖਰਾ ਟੌਰ ਬਣਾਈ ਫਿਰਦੇ ਆ, ਜਿਹਨਾਂ ਨੂੰ ਲੁੱਟਿਆ ਉਹ ਖੁਆਰ ਹੋਈ ਫਿਰਦੇ ਆ ਬਿਗੂਚਾ। ਲੋਕ ਗੰਠ ਖੰਡ ਖਰਾ ਬਿਗੂਚਾ ਹੋਂ ਬਿਨ ਗੰਠੇ ਜਾਈ ਪਹੁੰਚਾ। ਕਹਿੰਦੇ ਅਸੀਂ ਤਾਂ ਬਿਨਾਂ ਹੀ ਦੁਨੀਆ ਦੇ ਕਰਮ ਕਾਂਡਾਂ ਤੋਂ ਪਰਮੇਸ਼ਰ ਦੀ ਪ੍ਰਾਪਤੀ ਸਿਮਰਨ ਸਦਕਾ, ਪਰਮੇਸ਼ਰ ਦੇ ਗੁਣ ਗਾ ਕੇ, ਪਰਮੇਸ਼ਰ ਦੀ ਕੀਰਤ ਕਰਕੇ ਸਿਮਰਨ ਸਦਕਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਆ। ਗੱਡ ਕੀ ਆਖੂ ਸਤਨਾਮ।
ਲੋਕ ਗੰਟ ਗੰਟ ਕਰਾ ਬਿਗੂਚਾ ਹਉ ਬਿਨ ਗੰਠੇ ਜਾਈ ਪਹੁੰਚਾ। ਕਹਿੰਦੇ ਆ ਬ੍ਰਾਹਮਣ ਜੀ ਤੈਨੂੰ ਯਕੀਨ ਨਹੀਂ ਨਾ, ਹੁਣ ਤੇਰੇ ਸਾਹਮਣੇ ਹੀ ਆ ਤੇਰੇ ਭਰਾ ਅਬ ਵਿਪਰ ਪ੍ਰਧਾਨ ਕਰੇ ਡੰਡਾਉ ਤੇਰੀ ਨਾਮ ਸਰਣਾਈ ਰਵਿਦਾਸ ਦਾ ਸਾਨ ਦਾ ਤੇਰੇ ਸਾਹਮਣੇ ਤੇਰੇ ਭਰਾ। ਕਹਿੰਦੇ ਦਾਸ ਰਵਿਦਾਸ ਨੂੰ ਦਾਸਾਂ ਦੇ ਦਾਸ ਨੂੰ ਪਰਮਾਰਥ ਦੀ ਸਿੱਖਿਆ ਲੈ ਲਈ ਗੁਰੂ ਮੰਨ ਕੇ ਨਮਸਕਾਰਾਂ ਕਰਦੇ ਨੇ ਗੱਡ ਕੇ ਆਖੂ ਸਤਨਾਮ। ਕਿਉਂਕਿ ਅਸੀਂ ਇਸ ਸਰੀਰ ਦੇ ਅੰਦਰ ਇੱਕ ਸਾਧਨ ਬਣਾਇਆ ਸਰੀਰ ਨੂੰ, ਤੇ ਮੈਂ ਮੇਰੀ ਨੂੰ ਛੱਡ ਕੇ ਵਿਕਾਰਾਂ ਨੂੰ ਛੱਡ ਕੇ ਹਿਰਦੇ ਅੰਦਰੋਂ ਪ੍ਰੇਮ ਪ੍ਰਗਟ ਕੀਤਾ ਹੈ ਤੇ ਪਰਮੇਸ਼ਰ ਦੇ ਨਾਲ ਪ੍ਰੀਤ ਪਾਈ ਆ। ਉਹ ਪ੍ਰੀਤ ਦੀ ਸਦਕਾ ਪਰਮੇਸ਼ਰ ਨੇ ਦੀਦਾਰ ਦਿੱਤੇ ਨੇ ਤੇ ਸਦਾ ਹੀ ਅੰਗ ਸੰਗ ਕਹਿੰਦੇ ਆ ਰੱਬ ਬੇਟਾ। ਆਪਾਂ ਨੂੰ ਤੇ ਸਾਸੰਗ ਦੀ ਸਾਧੂ ਲੱਗਦਾ ਹੁੰਦਾ ਨੇ, ਜਿਹਨੇ ਪਰਖ ਹੁੰਦਾ ਹੈ ਉਹਨੂੰ ਪਾਸ਼ ਕਹਿੰਦੇ ਨੇ ਸੇ ਅੱਖੜੀਆਂ ਬੇਆਨਾ ਜਿਨੇ ਦਸੰਦੂ ਮਾਪਰੀ। ਉਹ ਅੱਖਾਂ ਹੋ ਰਿਹਾ ਜਿਨ੍ਹਾਂ ਨਾਲ ਰੱਬ ਦਿਸਦਾ ਤੇ ਸਾਸੰਗ ਗੱਡੀ। ਸਤਿਗੁਰੂ ਕਬੀਰ ਜੀ ਵਚਨ ਕਰਦੇ ਨੇ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੀ ਲਾਗੂ ਹਰ ਫਿਰੀ ਕਹਿਤ ਕਬੀਰ ਕਬੀਰ। ਤੇ ਸਤਿਗੁਰੂ ਦਾੜੀ ਕਹਿੰਦੇ ਤੋਈ ਮੋਹੀ ਮੋਹੀ ਤੋਈ ਅੰਤਰ ਕੈਸਾ ਕਨ ਕੜ ਜਲ ਤਰੰਗ ਜੈਸਾ। ਤੇ ਸਾਸੰਗ ਜੀ ਅੱਜ ਸਹਿਬ ਨੇ ਬਚਨ ਕਹਿ ਦਿੱਤਾ ਲੋਕ ਗੰਟ ਗੰਟ ਕਰਾ ਬਿਗੂਚਾ ਬਿਨ ਗੰਠੇ ਜਾਈ ਪਹੁੰਚਾ। ਕਹਿੰਦੇ ਅਸੀਂ ਤੇ ਦੁਨੀਆ ਨਾਲ ਧੋਖੇਬਾਜ਼ੀ ਨਹੀਂ ਕੀਤੀ, ਅਸੀਂ ਤੇ ਪਰਮੇਸ਼ਰ ਦੇ ਸਿਮਰਨ ਧੰਨਵਾਦ ਅੰਦਰ ਸਾਨੂੰ ਆਪਣੀ ਜਾਤ ਤੇ ਮਾਣ ਹੈ ਕਿ ਆਪਣੀ ਵਰਨ ਸਾਹਿਬ ਜੋ ਜਾਪੈ ਨਾਮ ਸੂ ਜੋਗੀ ਕੇਵਲ ਨੇ ਕਾਮ ਪਰਚੈ ਰਾਮ ਰਵੈ ਜੋ ਕੋਈ ਪਾਸ ਪਸੇ ਦੁਬਦਾ ਨਾ ਹੋਈ ਸੋ ਮਨ ਮਨ ਕੀ ਦੁਬਦਾ ਖਾਏ ਬਿਨ ਦੁਆਰੇ ਤੇਰਾ ਲੋਕ ਸਮਾਈ। ਕਹਿੰਦੇ ਤਿੰਨ ਦਰਵਾਡੇ ਪਰਮੇਸ਼ਰ ਨੇ ਧਰਤੀ ਆਕਾਸ਼ ਪਤਾਲ ਦੇ ਅੰਦਰ ਆਪਣਾ ਰੂਪ ਪ੍ਰਗਟ ਕਰਕੇ ਸਾਨੂੰ ਆਪਣੇ ਨਾਲ ਅਭੇਦਤਾ ਪ੍ਰਾਪਤ ਬਖਸ਼ ਦਿੱਤੀ ਹੈ। ਲੋਕ ਗੰਠ ਗੰਠ ਖਰਾ ਬਿਗੂਚਾ ਹਉ ਬਿਨ ਗੰਠੇ ਜਾਈ ਪਹੁੰਚਾ। ਤੇ ਹੁਣ ਕੀ ਗੱਲ ਏ, ਹੁਣ ਤੇ ਅਵਸਥਾ ਇਹ ਹੈ ਰਬਦਾਸ ਜਪੇ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ। ਰਬਦਾਸ ਜਪੇ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ। ਹੁਣ ਤਾਂ ਕਹਿੰਦੇ ਸਹਿਬ ਸਤਿਗੁਰੂ ਦਾਸ ਜੀ ਮਹਾਰਾਜ ਫਰਮਾਉਂਦੇ ਹਨ ਐ ਰਬਦਾਸ ਕਹਿ ਦੀ ਕਿ ਅਸੀਂ ਤੇ ਪਰਮੇਸ਼ਰ ਦੇ ਸਿਮਰਨ ਦੇ ਅੰਦਰ ਰਮ ਗਏ ਹਾਂ, ਸਵਾਸ ਸਵਾਸ ਜਪਦੇ ਹਾਂ ਸਤਨਾਮ ਸਤਨਾਮ। ਰਵਿਦਾਸ ਜਪੀ ਰਾਮ ਨਾਮਾ ਮੋ ਜਮ ਸਿਓ ਨਾਹੀ ਕਾਮਾ। ਹੁਣ ਕਹਿੰਦੇ ਜਮ ਸਾਡਾ ਕੁਝ ਵੀ ਨਹੀਂ ਵਿਗਾੜ ਸਕਦਾ। ਹੁਣ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਗਏ ਆ, ਭਾਵ ਪਰਮੇਸ਼ਰ ਦੀ ਨਾਲ ਅਭੇਦਤਾ ਪ੍ਰਾਪਤੀ ਪ੍ਰਭੂ ਪ੍ਰਾਪਤੀ ਹੋ ਗਈ ਆ। ਗੱਡ ਕੀ ਆਖੂ ਸਤਨਾਮ। ਤੇ ਸਾਧ ਸੰਗਤ ਦੀ ਜਿਹੜਾ ਧਰਮਰਾਜ ਹੈ ਨਾ, ਧਰਮਰਾਜ ਜਿਵੇਂ ਪ੍ਰਧਾਨ ਮੰਤਰੀ ਆਪਣੀ ਮੀਟਿੰਗ ਬੁਲਾਉਂਦਾ ਹੈ ਨਾ, ਆਪਾਂ ਦੇਖਿਆ ਹੁਣ ਕਰੋਨਾ ਮਹਾਮਾਰੀ ਅੰਦਰ ਮੁੱਖ ਮੰਤਰੀ ਨਾਲ ਬੈਠਕ ਹੁੰਦੀ, ਇਵੇਂ ਜਿਹੜਾ ਅਕਾਲ ਪੁਰਖ ਹੈ ਉਹ ਵੀ ਆਪਣੇ ਪਿਆਰਿਆਂ ਨਾਲ ਗੋਸ਼ਟ ਕਰਦਾ ਹੈ ਤੇ ਆਪਣੇ ਪਿਆਰਿਆਂ ਨੂੰ ਭੇਜਦਾ ਹੈ। ਤੇ ਫਿਰ ਐਸੇ ਕ੍ਰਾਂਤੀਕਾਰੀ ਸਾਹਿਬ ਸਤਿਗੁਰੂ ਦਾਸ ਜੀ ਸਤਿਗੁਰੂ ਕਬੀਰ ਜੀ ਇਸ ਧਰਤੀ ਐਸੀ ਕ੍ਰਾਂਤੀ ਲਿਆਂਦੀ ਹੈ ਅੱਜ ਆਪਣੇ ਸਾਹਮਣੇ। ਤੇ ਸਾਧ ਸੰਗਤ ਜੀ ਅੱਜ ਧਰਮਰਾਜ ਆਪਣੇ ਜਿਹੜੇ ਦੂਤ ਆ ਨਾ ਉਹਨਾਂ ਨੂੰ ਸਮਝਾਉਂਦਾ ਆ। ਕੀ ਸਮਝਾਉਂਦਾ ਆ? ਜਿਵੇਂ ਸਾਵਧਾਨੀਆਂ ਕਰੋਨਾ ਦੇ ਅੰਦਰ ਕੀ ਅਸੀਂ ਕਰਨਾ, ਕਿੱਥੇ ਜਾਣਾ, ਕਿੰਨੀ ਦੂਰੀ ਰੱਖਣੀ ਆ, ਆਪਾਂ ਨੂੰ ਸਾਵਧਾਨੀਆਂ ਹੈਗੀਆਂ ਨਾ, ਇੰਸਟਰਕਸ਼ਨਾਂ ਹੈਗੀਆਂ। ਇਵੇਂ ਹਰ ਪ੍ਰਧਾਨ ਮੰਤਰੀ ਆਪਣੇ ਐਮਪੀਆਂ ਨੂੰ ਦਿੰਦਾ ਏ, ਇਸੇ ਤਰ੍ਹਾਂ ਜਿਵੇਂ ਜਿਵੇਂ ਅਹੁਦਾ ਹੁੰਦਾ ਏ ਆਪਣੇ ਨਾਲ ਦੇ ਮੁਲਾਜ਼ਮਾਂ ਨੂੰ ਸਾਧ ਸੰਗਤ ਦੀਆਂ ਇੰਸਟਰਕਸ਼ਨਾਂ ਦਿੱਤੀਆਂ ਜਾਂਦੀਆਂ ਨੇ। ਤੇ ਅੱਜ ਧਰਮਰਾਜ ਆ ਜਿਹੜਾ ਏ ਆਪਣੇ ਦੂਤਾਂ ਨੂੰ ਸਮਝਾਉਂਦਾ, ਕਹਿੰਦੇ ਇੱਕ ਗੱਲ ਚੇਤੇ ਜ਼ਰੂਰ ਰੱਖਣੀ ਹੈ, ਤੁਸੀਂ ਜਾਣਾ ਇਸ ਸੰਸਾਰ ਤੇ, ਮ੍ਰਿਤੂ ਕਰਨੀ, ਹਰ ਜੀਵ ਨੂੰ ਲੈ ਕੇ ਆਉਣਾ। ਫਿਰ ਇੱਕ ਗੱਲ ਦਾ ਧਿਆਨ ਰੱਖਣਾ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਜੈ ਸਾਧੂ, ਜਿੱਥੇ ਸਤਿਆਰ ਪੁਰਸ਼ ਸਾਧੂ ਜਨ ਪਰਮੇਸ਼ਰ ਦੀ ਕੀਰਤ ਕਰਦੇ ਹੋਣ, ਪਰਮੇਸ਼ਰ ਦੀ ਮਹਿਮਾ ਕਰਦੇ ਹੋਣ, ਸਤਿਆਰ ਪੁਰਸ਼ ਨਿਵਾਸ ਰੱਖਦੇ ਹੋਣ, ਜੈ ਸਾਧੂ ਗੋਬਿੰਦ ਭਜਨ, ਗੋਬਿੰਦ ਦਾ ਭਜਨ ਕੀਰਤਨ ਕਰਦੇ ਹੋਣ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਕੀਰਤ ਕਰ ਨਿਤ ਹੈ ਪਰਮ ਪਿਤਾ ਪਰਮੇਸ਼ਰ ਨੂੰ ਆਰਾਧਦੇ ਜਿਹੜੇ ਨਾ, ਕਹਿੰਦੇ ਉਹਨਾਂ ਦੇ ਕੋਲ ਨਹੀਂ ਤੁਸੀਂ ਭੁੱਲ ਕੇ ਵੀ ਜਾਣਾ। ਨਿਕਟ ਨਾ ਜਾਈਓ ਦੂਤ ਐ ਜਮਦੂਤ, ਉਹਨਾਂ ਨੂੰ ਲੈਣ ਵਾਸਤੇ ਤੁਸੀਂ ਨਹੀਂ ਜਾਣਾ ਕਿਤੇ ਭੁੱਲ ਕੇ ਵੀ, ਲੰਘਦੇ ਲੰਘਦੇ ਉਧਰ ਦੀ ਨਾ ਚਲੇ ਜਾਇਓ। ਨਾ ਹੋਣੇ ਤੂੰ ਨੈ ਛੁੱਟਿਆ ਨਿਕਟ ਨਾ ਜਾਈਓ ਦੂਤ। ਕਹਿੰਦੇ ਜੇ ਤੁਸੀਂ ਕਿਤੇ ਭੁੱਲ ਕੇ ਗਲਤੀ ਕਰ ਲਈ ਤਾਂ ਅਕਾਲ ਪੁਰਖ ਪਰਮੇਸ਼ਰ ਨੇ ਆਪਾਂ ਨੂੰ ਸਜ਼ਾ ਬੜੀ ਬੁਰੀ ਦੇਣੀ ਆ।
ਨਾ ਤੁਹਾਨੂੰ ਚੜਨਾ ਤੇ ਨਾ ਮੈਨੂੰ ਚੜਨਾ, ਆਪਾਂ ਸਾਰੇ ਖੱਜਲ ਹੋਵਾਂਗੇ। ਤੇ ਸਾਧ ਸੰਗਤ ਧਰਮਰਾਜ ਫਿਰ ਆਪਣੇ ਦੂਤਾਂ ਨੂੰ ਇਹ ਸੁਨੇਹਾ ਦਿੰਦਾ, ਇਹ ਅਟਰੈਕਸ਼ਨਾਂ ਦਿੰਦਾ ਹੈ, ਸ਼ਰਤਾਂ ਦੱਸ ਦਿੰਦਾ ਹੈ। ਇਸ ਲਈ ਸਤਿਗੁਰੂ ਦਾਸ ਜੀ ਵਚਨ ਕਹਿੰਦੇ ਨੇ, ਲੋਕ ਗੰਠ ਗੰਠ ਖਰਾਬੀ ਗੁੱਚਾ, ਲੋਕ ਗੰਢ ਧੁੱਪ ਕਰਕੇ ਵੀ ਖੱਜਲ ਖੁਆਰ ਹੁੰਦੇ ਆ। ਅਸੀਂ ਤੇ ਪਰਮੇਸ਼ਰ ਦੀ ਬੰਦਗੀ ਅੰਦਰ ਸੱਚੀ ਸੁੱਚੀ ਕਿਰਤ ਕਰ ਰਿਹਾ ਕਰਕੇ ਕਰਤੇ ਨਾਲ ਜੁੜ ਕੇ ਪਰਮੇਸ਼ਰ ਕਰਤੇ ਨੂੰ ਪ੍ਰਾਪਤ ਕੀਤਾ ਹੈ। ਰਵਿਦਾਸ ਜਪੀ ਰਾਮ ਨਾਮਾ ਮੁਝਮ ਸਿਉ ਨਾਹੀ ਕੰਮ। ਤੇ ਪਾਤਸ਼ਾਹ ਕਹਿੰਦੇ ਨੇ, ਲੋਕ ਗੰਠ ਗੰਠ ਖਰਾਬੀ ਗੁੱਚਾ, ਹੋਂ ਬਿਨ ਗਾਂਠੀ ਜਾਈ ਪਹੁੰਚਾ। ਰਵਿਦਾਸ ਜਪੇ ਰਾਮ ਨਾਮਾ ਮੁਝਮ ਸਿਉ ਨਾਹੀ ਕੰਮ। ਤੇ ਸਾਧ ਸੰਗਤ ਜੀ, ਛੋਟੀ ਜੀ ਸਮਝਾਉਣ ਵਾਸਤੇ ਸਾਖੀ ਮੈਨੂੰ ਯਾਦ ਆਈ ਹੈ। ਤੇ ਸਾਧ ਸੰਗਤ ਜਿਵੇਂ ਧਰਮਰਾਜ ਕਹਿੰਦੇ ਨਾ, ਆਪਣੇ ਜਮਦੂਤਾਂ ਨੂੰ ਇੰਟਰੈਕਸ਼ਨਾਂ ਦਿੰਦਾ ਹੈ। ਤੇ ਇੱਕ ਦਿਨ ਸਾਧ ਸੰਗਤ ਦੀ ਧਰਮਰਾਜ ਦੀ ਕਚਹਿਰੀ ਲੱਗੀ ਹੋਈ ਆ, ਆਪਣੀ ਵਰਗੀ ਪਾਪੀ ਜੀਵਾਂ ਦੀ ਲਾਈਨ ਲੱਗੀ ਆ, ਪੇਸ਼ ਕੀਤੇ ਜਾ ਰਹੇ ਚਿੱਤ ਗੁਪਤ ਲੇਖਾ ਪੇਸ਼ ਕਰਦੇ ਨੇ ਇੱਕ ਇੱਕ ਦਾ ਕਰਕੇ। ਤੇ ਸਾਧ ਸੰਗਤ ਜੀ ਜਦੋਂ ਧਰਮਰਾਜ ਦੀ ਕਚਹਿਰੀ ਅੰਦਰ ਪੇਸ਼ ਹੁੰਦੇ ਨੇ 1 2 3 4 5 6 ਤੇ ਫਟਾਫਟ ਚਿੱਤਰਗੁਪਤ ਉਹਨਾਂ ਦਾ ਲੇਖਾ ਸਾਹਮਣੇ ਰੱਖੀ ਜਾਂਦੇ ਆ। ਤੇ ਸਾਹਿਬ ਧਰਮਰਾਜ ਨਾਲ ਹੀ ਆਰਡਰ ਕਰੀ ਜਾਂਦਾ, ਇਹਨਾਂ ਨੂੰ ਨਰਕ 'ਚ ਭੇਜ ਦਿਓ, ਇਹਨੂੰ ਵੀ ਨਰਕ ਭੇਜ ਦਿਓ। ਜੇ 5-7 ਬੰਦੇ ਨਾ ਜਦੋਂ ਸਾਰੇ ਨਰਕ 'ਚ ਸੁੱਟੇ, ਤੇ ਸਾਧ ਸੰਗਤ ਜਿਵੇਂ ਧਰਤੀ ਤੇ ਅੱਜ ਵੀ ਸਾਧ ਸੰਗਤ ਜੀ ਲੁਟੇਰੇ ਫਿਰਦੇ ਆ, ਉੱਥੇ ਵੀ ਚੁਸਤ ਬੰਦੇ ਖੜੇ ਸੀ। ਉਹ ਕਹਿੰਦੇ, ਧਰਮਰਾਜ ਗੱਲ ਤਾਂ ਤੇਰੀ ਠੀਕ ਹੈ, ਜਿਹਨੂੰ ਦਿਖਦਾ ਸਾਰਿਆਂ ਨੂੰ ਤੂੰ ਨਰਕਾਂ ਵਿੱਚ ਸੁੱਟੀ ਜਾਂਦਾ, ਪਰ ਗੱਲ ਇਹ ਆ ਤੇਰੇ ਕੋਲ ਬੰਦੇ ਆਉਂਦੇ ਸਾਰੇ ਮਰੇ। ਤੇਰਾ ਕਿਤੇ ਜਿੰਦੇ ਬੰਦੇ ਨਾਲ ਬਾਹ ਪੈ ਜਾਏ ਨਾ, ਤੈਨੂੰ ਪਤਾ ਲੱਗ ਜਾ ਬੰਦੇ ਕੀ ਸ਼ੈਤਾਨੀ ਕਰਦੇ ਆ। ਗਾੜੀ ਕੀ ਆਖੂ ਸਤਨਾਮ। ਕਹਿੰਦੇ ਬੰਦਾ ਬੰਦੇ ਨੂੰ ਟਿਕਣ ਨਹੀਂ ਦਿੰਦਾ, ਬੰਦੇ ਨੇ ਬੰਦੇ ਨੂੰ ਜਾਤਾਂ ਪਾਤਾਂ ਵਿੱਚ ਪਾ ਕੇ ਲਤਾੜਦਾ। ਅੱਜ ਬੰਦੇ ਤੇ ਬੰਦਾ ਅਤਿਆਚਾਰ ਕਰ ਰਿਹਾ। ਕਹਿੰਦੇ ਧਰਮਰਾਜਾ ਤੂੰ ਇੱਥੇ ਬੈਠਾ ਕੁਰਸੀ ਤੇ, ਤੇਰੇ ਕੋਲ ਆਉਂਦੇ ਮਰੇ ਹੋਏ ਬੰਦੇ, ਤੂੰ ਜੋ ਮਰਜ਼ੀ ਕਰੀ ਜਾਂਦਾ, ਲੇਖਾ ਦੇਖਦਾ, ਚੱਕ ਸੱਟ ਦੇ ਉਹਨਾਂ ਨੂੰ ਨਰਕ 'ਚ। ਕੋਈ ਬੰਦਾ ਜਿੰਦਾ ਹੋਵੇ ਨਾ, ਤੇਰਾ ਬਾਹ ਜਿਹਦੇ ਬੰਦੇ ਨਾਲ ਪੈ ਜਾਏ ਤੇ ਤੈਨੂੰ ਪਤਾ ਲੱਗ ਜਾਏ। ਸਾਧ ਸੰਗਤ ਜੀ ਨੇ ਕਿਹਾ ਸੀ ਨਾ, ਇਹ ਧਰਮਰਾਜ ਨੇ ਉਹਦੀ ਗੱਲ ਸੁਣੀ। ਕਹਿੰਦੇ ਗੱਲ ਤਾਂ ਤੇਰੀ ਠੀਕ ਆ। ਕਹਿੰਦੇ ਜੇ ਤੂੰ ਕਹੇ ਤਾਂ ਮੈਂ ਵੀ ਦੇਖ ਸਕਦਾ ਜਿੰਦੇ ਬੰਦੇ ਨੂੰ। ਕਹਿੰਦੇ ਮੈਨੂੰ ਫਿਰ ਜਿਹੜਾ 1 ਮਹੀਨੇ ਦੀ ਮੋਹਲਤ ਦੇ, ਜੇ ਤੈਨੂੰ ਪਤਾ ਲੱਗ ਜਾਏ ਜਿੰਦੇ ਬੰਦਿਆਂ ਦੇ ਨਾਲ ਕਿੱਦਾਂ ਕੱਟਣੀ ਪੈਂਦੀ ਆ, ਕਿਵੇਂ ਬੰਦੇ ਨੂੰ ਮੂਰਖ ਬਣਾ ਕੇ ਲੁੱਟਦੇ ਆ। ਤੇ ਸਾਧ ਸੰਗਤ ਜੀ ਕਹਿੰਦੇ ਧਰਮਰਾਜ ਕਹਿੰਦੇ ਕੋਈ ਗੱਲ ਨਹੀਂ, ਤੈਨੂੰ ਛੁੱਟੀ ਦਿੱਤੀ, ਜਾ ਤੂੰ। ਕਹਿੰਦੇ 1 ਮਹੀਨੇ ਤੈਨੂੰ ਮੋਹਲਤ ਦਿੱਤੀ, ਜਾ। ਕਹਿੰਦੇ ਘੁੰਮ ਕੇ ਕਰਾਮਾਤ ਕਰਕੇ ਦਿਖਾ। ਕਹਿੰਦੇ ਉਹ ਬੰਦਾ ਚਲੇ ਗਿਆ। ਬੰਦਾ ਬੜਾ ਸ਼ਾਤਰ ਸੀ। ਜਿਵੇਂ ਅੱਜ ਸਾਧ ਸੰਗਤ ਜੀ ਦੇਖਦੇ ਆ, ਆਪਾਂ ਕਰੋੜਾਂ ਰੁਪਏ ਲੁੱਟ ਕੇ ਵਿਦੇਸ਼ਾਂ ਨੂੰ ਚਲੇ ਜਾਂਦੇ ਆ, ਤੇ ਸਾਧ ਸੰਗਤ ਜੀ ਮੁੜ ਕੇ ਸਾਡੀ ਸਰਕਾਰ ਮਾਫ ਕਰ ਦਿੰਦੀ ਆ, ਗਰੀਬ ਵਿਚਾਰੇ ਤੜਫਦੇ ਰਹਿ ਜਾਂਦੇ। ਤੇ ਸਾਜੋ ਬੰਦਾ ਆਇਆ, ਉਹਨੇ ਕੀ ਕੀਤਾ ਨਾ, ਸ਼ਾਤਰ ਬੰਦੇ ਨੇ ਜਿਵੇਂ ਅੱਜ ਕਰਦੇ ਆ, ਆਪਣੇ ਭਾਰਤ ਨੂੰ ਲੁੱਟ ਕੇ ਦੂਜੇ ਦੇਸ਼ਾਂ ਜਾ ਵੜਦੇ ਆ, ਸਰਕਾਰ ਵੀ ਮਾਫ ਕਰ ਦਿੰਦੀ। ਤੇ ਸਾਧ ਸੰਗਤ ਜੀ ਕੀ ਹੋਇਆ ਨਾ, ਉਹਨੇ ਇੱਕ ਚਿੱਠੀ ਲਿਖੀ, ਲਿਜਾ ਕੇ ਧਰਮਰਾਜ ਨੂੰ ਦਿੱਤੀ। ਕਹਿੰਦੇ ਤੁਸੀਂ ਮੈਨੂੰ ਦਿੱਤੀ ਮੋਹਲਤ 1 ਮਹੀਨੇ ਦੀ, ਪਰ ਮੈਂ ਗਿਆ ਸੀ ਪਰਮਾਤਮਾ ਕੋ, ਪਰਮੇਸ਼ਰ ਕੋ, ਅਕਾਲ ਪੁਰਖ ਕੋ। ਉਹਨੇ ਕਹਿੰਦਾ ਚਿੱਠੀ ਦਿੱਤੀ, ਕਹਿੰਦੇ ਜਾ ਕੇ ਧਰਮਰਾਜ ਨੂੰ ਦੇ ਦੀ। ਤੇ ਸਾਧ ਸੰਗਤ ਜੀ ਜਦੋਂ ਉਹ ਚਿੱਠੀ ਧਰਮਰਾਜ ਨੂੰ ਦਿੱਤੀ, ਤੇ ਉਹਦੇ ਵਿੱਚ ਪਤਾ ਕੀ ਲਿਖਿਆ ਸੀ? ਸ਼ਾਤਰ ਬੰਦੇ ਨੇ, ਜਿਵੇਂ ਅੱਜ ਦੇ ਸ਼ਾਤਰ ਬੰਦੇ ਕੀ ਕਰਦੇ ਆ, ਲਿਖਿਆ ਸੀ ਕਿ ਜਿਹੜਾ ਬੰਦਾ ਹੈ ਨਾ, ਤੂੰ ਹੁਣ ਬੜੀ ਦੇਰ ਹੋ ਗਈ ਧਰਮਰਾਜ ਦੀ ਡਿਊਟੀ ਨਿਭਾਉਂਦੇ ਨੂੰ, ਥੱਕ ਗਿਆ ਹੋਣਾ, ਤੂੰ ਏਦਾਂ ਕਰ 1 ਮਹੀਨੇ ਦੀ ਛੁੱਟੀ ਤੇ ਚਲ ਜਾ, ਆਪਣਾ ਅਹੁਦਾ ਇਹਨੂੰ ਦੇ ਜਾ, ਇਹਨੂੰ ਸੰਭਾਲ ਜਾ। ਸਾਧ ਸੰਗਤ ਜੀ ਧਰਮਰਾਜ ਜਦੋਂ ਚਿੱਠੀ ਪੜ੍ਹੀ, ਆਪਣਾ ਆਸਣ ਛੱਡਿਆ। ਕਹਿੰਦੇ ਸਾਂਭੋ, ਤੁਸੀਂ ਅਕਾਲਪੁਰ ਰੱਬ ਦੀ ਚਿੱਠੀ ਲੈ ਕੇ ਆਏ ਆ, ਹੁਣ ਤੁਸੀਂ ਸਾਂਭੋ ਆਪਣੀ ਡਿਊਟੀ, ਮੈਂ ਮਹੀਨਾ ਜਾਂਦਾ ਛੁੱਟੀ ਤੇ। ਤੇ ਸਾਰੇ ਜਦੋਂ ਸ਼ਾਤਰ ਬੰਦਾ ਬੈਠਾ ਨਾ, ਤੇ ਉਹਨੇ ਕੀ ਕੀਤਾ, ਜਿਹੜਾ ਦੇਖਿਆ ਤੂੰ ਵੀ ਮੁਕਤ, ਤੂੰ ਵੀ ਮੁਕਤ, ਸਾਰੇ ਨਰਕ ਖਾਲੀ ਕਰਦੇ। ਤੇ ਸਾਧ ਸੰਗਤ ਜੀ ਉਧਰੋਂ ਫਿਰਦੇ ਫਿਰਦੇ ਭਗਵਾਨ ਆਏ, ਦੇਖਦੇ ਆ ਵੀ ਇੱਧਰ ਕੀ ਗੱਲ ਹੋਈ, ਸਾਰੇ ਪਾਸੇ ਸਫਾਈਆਂ, ਕੋਈ ਬੰਦਾ ਨਹੀਂ ਦਿਖਦਾ। ਜਦੋਂ ਦਿਖਣਾ ਨਿਗਾਹ ਪਾਈ, ਕਹਿੰਦੇ ਧਰਮਰਾਜਾ ਕਿੱਧਰ ਗਿਆ? ਆਈ ਤਾਂ ਬੰਦਾ ਹੋਰੇ ਬੈਠਾ। ਤੇ ਸਾਧ ਸੰਗਤ ਜੀ ਜਦੋਂ ਪੁੱਛਿਆ, ਕਹਿੰਦੇ ਧਰਮਰਾਜ ਕਿੱਧਰ ਗਿਆ? ਤੇ ਜਦੋਂ ਪਤਾ ਕੀਤਾ ਨਾ, ਸੱਦਿਆ, ਤੇ ਧਰਮਰਾਜ ਕਹਿੰਦੇ ਮਹਾਰਾਜ ਤੁਸੀਂ ਚਿੱਠੀ ਭੇਜੀ ਸੀ, 1 ਮਹੀਨੇ ਨੂੰ ਮੋਹਲਤ ਦੇ ਦਿਓ। ਕਹਿੰਦੇ ਮੈਂ ਤਾਂ ਭੇਜੀ ਨਹੀਂ। ਫਿਰ ਕਹਿੰਦੇ ਤੈਂ, ਕਿਉਂਕਿ ਭਗਵਾਨ ਤਾਂ ਜਾਣਦਾ ਅੰਦਰ ਦੀ, ਕਹਿੰਦੇ ਤੈਂ ਕਿਹਾ ਸੀ ਕਿ ਕਿਸੇ ਜੀਦੇ ਬੰਦੇ ਨਾਲ ਬਾਹ ਪਵੇ ਤਾਂ ਫਿਰ ਪਤਾ ਲੱਗ, ਜਿਵੇਂ ਬੰਦੇ ਦਾ ਬਾਹ ਪਿਆ ਦਿਖ ਲਿਆ ਨਾ, ਤੈਨੂੰ 1 ਮਹੀਨੇ ਲਈ ਬਾਹਰ ਕੱਢ ਕੇ ਰੱਖਤਾ ਸਾਰੀ ਦੁਨੀਆ ਨੂੰ। ਤੇ ਅੱਜ ਆਪਣੇ ਸਾਹਮਣੇ ਆ, ਅਨੇਕਾਂ ਬੰਦੇ ਭਾਰਤ ਨੂੰ ਲੁੱਟ ਕੇ ਵਿਦੇਸ਼ਾਂ ਵਿੱਚ ਚਲ ਗਏ, ਕੋਈ ਵੀ ਨਹੀਂ ਹੱਥ ਆਇਆ ਗਾੜੀ ਕੀ ਆਖੂ ਸਤਨਾਮ। ਇਸ ਲਈ ਸਾਧ ਸੰਗਤ ਜੀ ਜਿਹੜੀ ਸ਼ਾਤਰ ਬੰਦੇ ਆ ਨਾ, ਇਹ ਸਾਰੇ MP ਤਾਂ ਸਾਰੇ ਹੁੰਦੇ ਆ, ਪਰ ਜਿਹੜੇ ਜ਼ਿਆਦੇ ਪੈਰੇ ਉਹਨਾਂ ਨੂੰ ਫਿਰ
ਵਧੀਆ ਮਹਿਕਮੇ ਦਿੱਤੇ ਜਾਂਦੇ ਆ। ਇਹ ਸਾਸਨ ਦੀ ਇਸ ਲਈ ਰੱਬ ਵੀ ਜਿਹੜਾ ਹੈ ਉਹ ਆਪਣੇ ਪਿਆਰਿਆਂ ਨੂੰ ਸੰਸਾਰ ਦੇ ਉੱਤੇ ਆਪਣਾ ਨਾਮ ਰੱਖਣ ਲਈ, ਅਧੋਗਤੀ ਮਟਾਉਣ ਲਈ, ਦੁਨੀਆ ਦੀ ਹਉਮੈ ਮਾਰ ਲਈ ਫਿਰ ਪਿਆਰਿਆਂ ਨੂੰ ਭੇਜਦਾ। ਕ੍ਰਾਂਤੀਕਾਰੀ ਸਾਹਿਬ ਸਤਿਗੁਰੂ ਦਾੜੀ ਸਤਿਗੁਰੂ ਕਬੀਰ ਦੀ ਮਹਾਰਾਜ ਵਰਗੇ ਮਹਾਂਪੁਰਖ ਆਉਂਦੇ ਨੇ ਤੇ ਜਿਨ੍ਹਾਂ ਸਦਕਾ ਅੱਜ ਆਪਾਂ ਵੀ ਪ੍ਰਭੂ ਚਰਨਾਂ ਦੇ ਅੰਦਰ ਦੋ ਸਮੇਂ ਦਾ ਪ੍ਰਸ਼ਾਦਾ ਛਕ ਰਹੇ ਆ ਤੇ ਧਰਤੀ ਤੇ ਮਾੜਾ ਮੋਟਾ ਆਪਾਂ ਨੂੰ ਵੀ ਕੋਈ ਜੀਣ ਦਾ ਹੱਕ ਹੈਗਾ। ਇਹ ਅਕਾਲ ਪੁਰਖ ਪਰਮ ਪਿਤਾ ਦੀ ਪਰਮੇਸ਼ਰ ਦੀ ਕਿਰਪਾ ਹੈ ਤੇ ਆਪਾਂ ਅਰਦਾਸ ਕਰੀਏ, ਪਰਮੇਸ਼ਰ ਕਿਰਪਾ ਕਰ, ਰਵਿਦਾਸ ਜਪੈ ਰਾਮ ਨਾਮਾ ਉਹ ਜਮ ਸੋ ਕੰਮ ਨਾਹੀ ਕੰਮ। ਅਸੀਂ ਵੀ ਜਿਵੇਂ ਸਾਨੂੰ ਇਹ ਆਤਮਾ ਦਿੱਤੀ, ਸਰੀਰ ਰੂਪੀ ਚੋਲਾ ਦਿੱਤਾ ਹੈ, ਇਹਨੂੰ ਗੰਢਣ ਬਣਾਉਣ ਵਿੱਚ ਤੇ ਇਹਨੂੰ ਤੇ ਇਹਦੇ ਵਿੱਚੋਂ ਤਾਂ ਪ੍ਰਾਪਤੀ ਕਰਨੀ ਸੀ ਪਰਮਾਤਮਾ ਦੀ, ਇਹਨੂੰ ਤੇ ਤਿਆਗਣਾ ਸੀ। ਭਾਵ ਅਸੀਂ ਤੇ ਇਹਨੂੰ ਗੰਢਣ ਵਿੱਚ ਲੱਗ ਗਏ, ਲੱਖਾਂ ਉਪਾਅ ਕਰਦੇ ਆ, ਪਰ ਜਦੋਂ ਜਾਣਾ ਇਹਨੇ ਚਲੇ ਹੀ ਜਾਣਾ। ਇਸ ਲਈ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ, ਪਰਮੇਸ਼ਰ ਦੀ ਚਰਨਾਂ ਦੀ ਊਟ ਲੈ ਕਰਕੇ ਸੇਵਾ ਸਿਮਰਨ ਸਦਕਾ ਇਸ ਜੀਵਨ ਦਾ ਲਾਹਾ ਲੈ ਕਰਕੇ ਮੰਜ਼ਿਲ ਨੂੰ ਤੈਅ ਕਰਨਾ ਹੈ। ਪਰਮੇਸ਼ਰ ਦੀ ਚਰਨਾਂ ਵਿੱਚ ਸਤਿਗੁਰ ਦੀ ਰਹਿਮਤ ਸਦਕਾ ਜੀਵਨ ਨੂੰ ਸਫਲਿਆ ਕਰਨਾ ਹੈ। ਸਾਧ ਸੰਗਤ ਦੀ ਉਸੇ ਨੂੰ ਪਾਚਕ ਨੇ ਸਾਈ ਖੜੀ ਸੋ ਲਖਣੀ, ਸਿਮਰਤ ਹਰ ਨਾਮ ਅਮਰੂਹੀ ਵਿੱਚ ਲੇਖੇ, ਜੋ ਯਾਦ ਸਾਈਂ ਦੀ ਗੁਜਰੀ ਪੈਂਦੀ ਮਜਰੇ। ਤੋ ਸਾਧ ਸੰਗਤ ਦੀ ਹੁਣਿਆ ਪੁਰਨਾ ਦੀ ਖਿਮਾ ਕਰਦੇ ਆ ਅਰਦਾਸ ਕਰੋਨਾ ਮਹਾਵਾਰੀ ਸ਼ਾਂਤ ਹੋ ਜਾਏ, ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਬ੍ਰਤ ਤੇ ਵਾਰ ਹੁਣਿਆ ਪੁਰਨਾ ਦੀ ਖਿਮਾ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਨ ਪ੍ਰਭ ਤੇਰੀ ਜੋ ਜਾਨੋ ਤਿਉ ਕਰ ਗਤ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।